तिस अंतर रवै हर नामा। बाणी गुरु गुरु है बाणी, विच बाणी अमृत सारे। गुर बाणी कहे सेवक जन मानै, पर तख गुरु निस्तारै। बाणी बिरलो विचारसी, जे को गुरमुख होए। एह बाणी महापुरख की, निज कर वासा होए। मारू महला तीजा, मन मुख अंध करे चतुराई। पाणा ना मन्ने बहुत दुख पाई। पर में पूला आवे जाए, कर महल न कबहूँ पाएंदा। सतगुर मेले दे वडियाई, सतगुर की सेवा तुर फुर माई। सतगुर सेवे ता नाम पाए, नामे ही सुख पाएंदा। सब नामों उपजै, नामों छीजै। गुर कृपा ते मन तन पीजै। रसना नाम त्याए, रस पीजै। रस ही ते रस पाएंदा। महल अंदर महल को पाए, गुर के शब्द सच चित लाए। जिसनों सच दे सोई सच पाए। सचे सच मिलाएंदा। महल अंदर महल को पाए, गुर कै शब्द सच चित लाए।
ਜਿਸਨੂੰ ਸੱਚ ਦੇ ਸੋਈ ਸੱਚ ਪਾਏ। ਸੱਚੇ ਸੱਚ ਮਿਲਾਇਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਪਾਵਨ ਸ਼ਬਦ ਦੇ 16 ਪਦੇ ਹਨ। ਪਹਿਲੇ 4 ਬੰਦਾਂ ਦੀ ਵਿਚਾਰ ਆਪਾਂ ਕੱਲ ਸਰਵਣ ਕੀਤੀ ਸੀ। ਅਗਲੇ 4 ਬੰਦਾਂ ਦੀ ਵਿਚਾਰ ਅੱਜ ਸਤਿਕਾਰਯੋਗ ਸਿੰਘ ਸਾਹਿਬ ਪ੍ਰੋਫੈਸਰ ਮਨਜੀਤ ਸਿੰਘ ਜੀ ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਸਰਵਣ ਕਰਵਾਉਣਗੇ। 2 ਦਿਨ ਦਾ ਉਹਨਾਂ ਦਾ ਸਾਡੇ ਪਾਸ ਸਮਾਂ ਹੈ। ਸੋ ਅੱਜ ਉਹਨਾਂ ਦੀ ਵਿਦਾਇਗੀ ਵੀ ਹੈ। ਆਪ ਸੰਗਤ ਵੱਲੋਂ ਪ੍ਰਬੰਧਕ ਸੇਵਾਦਾਰਾਂ ਵੱਲੋਂ ਬਹੁਤ ਬਹੁਤ ਧੰਨਵਾਦ। ਬੰਦੀ ਛੋੜ ਦਿਵਸ ਦੀਪਾਵਲੀ ਦਾ ਪੁਰਬ 19 ਅਕਤੂਬਰ ਨੂੰ ਹੈ। ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ। ਚਾਰ ਨਵੰਬਰ ਨੂੰ ਹੈ। ਦੀਪਾਵਲੀ ਦਾ ਪੁਰਬ 19 ਅਕਤੂਬਰ ਨੂੰ ਹੈ। ਸੋ ਸੇਵਾ ਕਰਕੇ ਹਾਜ਼ਰੀਆਂ ਭਰ ਕੇ ਗੁਰੂ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਨੀਆਂ ਜੀ। ਇੱਕ ਬੇਨਤੀ 2 ਹੱਥ ਜੋੜ ਕੇ ਆਪ ਸੰਗਤ ਨੂੰ ਵੀ ਹੈ, ਜਿੱਥੋਂ ਤੱਕ ਵੀ ਦੇਸ਼ਾਂ ਵਿਦੇਸ਼ਾਂ ਵਿੱਚ ਆਵਾਜ਼ ਜਾਂਦੀ ਹੈ ਕਿ ਜੇ ਆਪਾਂ ਚਾਹੁੰਦੇ ਹਾਂ ਗੁਰੂ ਘਰਾਂ ਦੀ, ਸੱਚੇ ਪਾਤਸ਼ਾਹ ਦੇ ਦਰਬਾਰਾਂ ਦੀ ਪਵਿੱਤਰਤਾ, ਤਾਂ ਝਾੜੂ ਮਾਰਨ ਨਾਲੋਂ ਪਹਿਲਾਂ, ਪੋਚੇ ਫੇਰਨ ਨਾਲੋਂ ਪਹਿਲਾਂ, ਫਰਸ਼ ਧੋਣ ਨਾਲੋਂ ਵੀ ਪਹਿਲਾਂ ਆਪਾਂ ਇਸ ਗੱਲ ਦਾ ਥਾਂ ਪਰ ਥਾਂ ਪ੍ਰਬੰਧ ਕਰੀਏ ਕਿ ਕੋਈ ਵੀ ਵਿਅਕਤੀ ਬਿਨਾਂ ਚੱਪਲ ਤੋਂ ਬਾਥਰੂਮ ਦੀ ਵਰਤੋਂ ਨਹੀਂ ਕਰੇਗਾ। ਕਿਉਂਕਿ ਅਸੀਂ ਬਿਲਕੁਲ ਅਚੇਤ ਇਸ ਪੱਖ ਤੋਂ ਅਸੀਂ ਨਹੀਂ ਜਾਣਦੇ ਕਿ ਸਾਡੀ ਛੋਟੀ ਜੀ ਗਲਤੀ ਨਾਲ ਕਿੰਨੀ ਵੱਡੀ ਅਪਵਿੱਤਰਤਾ ਸੱਚੇ ਪਾਤਸ਼ਾਹ ਦੇ ਦਰਬਾਰਾਂ ਵਿੱਚ ਵਰਤਦੀ ਹੈ। ਸੋ ਪ੍ਰਬੰਧਕ ਕਮੇਟੀਆਂ ਨੂੰ ਵੀ ਬੇਨਤੀ ਹੈ, ਸੇਵਕ ਜਥਿਆਂ ਨੂੰ ਵੀ ਬੇਨਤੀ ਹੈ ਕਿ ਇਸ ਵਾਸਤੇ ਆਪਣੇ ਬੇਸ਼ੱਕ ਜਥੇ ਵੀ ਬਣਾਉਣੇ ਪੈਣ ਤਾਂ ਸਾਨੂੰ ਬਣਾਉਣੇ ਚਾਹੀਦੇ ਨੇ। ਸੇਵਕ ਜਥੇ ਬਣਾ ਕੇ ਸੇਵਾ ਲੈ ਕੇ ਆਪਾਂ ਇਸ ਗੱਲ ਦਾ ਪ੍ਰਬੰਧ ਕਰੀਏ। ਅਸੀਂ ਇਸ ਗੱਲ ਦਾ ਯਤਨ ਤੇ ਕਰਦੇ ਆ ਕਿ ਬਾਹਰ ਚਰਨ ਗੰਗਾ ਹੋਵੇ ਜੀ, ਪੈਰ ਧੋ ਕੇ ਜਾਣਾ ਹੈ ਜੀ। ਪਰ ਸਵਾਲ ਇਹ ਵੀ ਪੈਰਾਂ ਨੂੰ ਲੱਗਿਆ ਕੀ ਹੈ? ਕੀ ਇਹ ਪੈਰ ਗੰਦਗੀ ਵਿੱਚੋਂ ਤਾਂ ਨਹੀਂ ਆਏ? ਜੋ ਆਏ ਨੇ ਤੇ ਉਹ ਚਰਨ ਗੰਗਾ ਨੂੰ ਵੀ ਦੂਸ਼ਿਤ ਕਰਨਗੇ ਭਾਈ। ਸੋ ਗੱਲ ਬੜੀ ਛੋਟੀ ਲੱਗਦੀ ਹੈ, ਪਰ ਜਿਸ ਦਿਨ ਤੁਸੀਂ ਬੈਠ ਕੇ ਵਿਚਾਰੋਗੇ, ਬਿਲਕੁਲ ਆਪ ਜੀ ਵੀ ਮੇਰੇ ਨਾਲ ਸਹਿਮਤ ਹੋਵੋਗੇ ਵੀ ਇਹ ਬਹੁਤ ਵੱਡੀ ਸਾਵਧਾਨੀ ਦੀ ਲੋੜ ਹੈ। ਆਓ ਅਗਲੇ ਸਮੇਂ ਵਾਸਤੇ ਸਿੰਘ ਸਾਹਿਬ ਜੀ ਪਾਸੋਂ ਕਥਾ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਮੈਂ ਨਾਹੀ ਕਛੁ ਨਹੀਂ ਕਿਛ ਆਹ ਨਾ ਮੋਰਾ। ਅਵਸਰ ਲੱਜਾ ਰਾਖ ਲਿਹੁ
ਸਦਨਾ ਜਨ ਤੋਰਾ। ਜਗਤ ਜੋ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਜੁੜ ਬੈਠੇ ਸਮੂਹ ਗੁਰਮੁਖ ਪਿਆਰੇ ਸਤਸੰਗੀ ਜਨੋ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਗੁਰਫਤਿਹ ਸਾਂਝੀ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੇ ਪਾਵਨ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੋਇਆ ਮਾਰੂ ਰਾਗ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਸੋਹਿਲਾ ਰੂਪ ਵਿੱਚ ਇਹ ਅੰਮ੍ਰਿਤ ਬਚਨ ਆਪ ਜੀ ਨੇ ਸ਼ਰਵਣ ਕੀਤਾ। ਆਪਾਂ ਸਾਰਿਆਂ ਨੇ ਗੁਰੂ ਦੀ ਬਖਸ਼ਿਸ਼ ਕੀਤੀ ਹੋਈ ਮਤ ਅਨੁਸਾਰ ਇਸ ਪਾਵਨ ਬਚਨ ਨੂੰ ਕੱਲ ਵਿਚਾਰਨ ਦਾ ਨਿਮਾਣਾ ਜਿਹਾ ਯਤਨ ਕੀਤਾ ਸੀ ਤੇ ਮੈਂ ਬੇਨਤੀ ਕਰ ਰਿਹਾ ਸੀ ਕਿ ਗੁਰੂਦੇਵ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਸਾਨੂੰ ਇਸ ਪਾਵਨ ਬਚਨ ਦੇ ਰਾਹੀਂ ਗੁਰੂ ਦੇ ਪਾਣੇ ਵਿੱਚ ਤੇ ਗੁਰੂ ਦੇ ਰਾਹੀਂ ਵਾਹਿਗੁਰੂ ਜੀ ਦੇ ਪਾਣੇ ਵਿੱਚ ਆਪਣੇ ਜੀਵਨ ਦਾ ਸਮਾਂ ਗੁਜ਼ਾਰਨ ਦੀ ਆਗਿਆ ਕੀਤੀ ਹੈ ਤੇ ਨਾਲ ਇਹ ਸਮਝਾਇਆ ਕਿ ਇਹ ਜਿਹੜਾ ਵਾਹਿਗੁਰੂ ਜੀ ਨੂੰ ਕੋਈ ਵੀ ਚੰਗਾ ਲੱਗਦਾ ਹੈ, ਫੁਰਨਾ ਉਹਨਾਂ ਦੇ ਅੰਦਰ ਕੋਈ ਇੱਛਾ ਜਾਗਦੀ ਹੈ ਤਾਂ ਉਸ ਨੂੰ ਜਦੋਂ ਉਹ ਪੂਰੀਆਂ ਕਰਵਾਉਣ ਲਈ ਸਾਨੂੰ ਆਗਿਆ ਕਰਦੇ ਹੈ, ਫੁਰਮਾਨ ਕਰਦੇ ਹੈ, ਉਹ ਉਹਨਾਂ ਦਾ ਹੁਕਮ ਹੁੰਦਾ ਤੇ ਉਸ ਹੁਕਮ ਦੇ ਅਨੁਸਾਰ ਮਨ ਬਚਨ ਕਰਮ ਕਰਕੇ ਆਪਣੇ ਜੀਵਨ ਨੂੰ ਚਲਾਉਣਾ, ਇਹ ਉਸ ਦੀ ਰਜ਼ਾ ਵਿੱਚ ਰਾਜ਼ੀ ਰਹਿ ਕੇ ਉਹਦੀ ਕਿਰਪਾ ਦਾ ਪਾਤਰ ਬਣਨਾ ਹੁੰਦਾ। ਜੇ ਤੇ ਅਸੀਂ ਇਸ ਤਰ੍ਹਾਂ ਕਰੀਏ ਤਾਂ ਮਹਾਰਾਜ ਕਹਿੰਦੇ ਵਾਹਿਗੁਰੂ ਜੀ ਨੂੰ ਅਸੀਂ ਚੰਗੇ ਲੱਗਦੇ ਹਾਂ। ਵਾਹਿਗੁਰੂ ਜੀ ਨੂੰ ਸਾਡਾ ਇਸ ਤਰ੍ਹਾਂ ਜੀਵਨ ਜਿਉਣਾ ਭਾ ਜਾਂਦਾ ਤੇ ਫਿਰ ਉਹ ਸਾਨੂੰ ਆਪਣੀ ਬਖਸ਼ਿਸ਼ ਦਾ ਪਾਤਰ ਬਣਾ ਕੇ ਆਪਣੀ ਸਿਫਤ ਸਲਾਹ ਦੇ ਨਾਲ ਜੋੜ ਕੇ ਆਪਣੇ ਵਿੱਚ ਲਿਵਲੀਨ ਕਰ ਲੈਣ ਤੇ ਉਹ ਆਪ ਆਨੰਦ ਦੇ ਸੋਮੇ ਨੇ। ਸਾਡਾ ਜੀਵਨ ਵੀ ਉਹਨਾਂ ਦੇ ਨਾਲ ਬਣਾਈ ਹੋਈ ਲਿਵਲੀਨਤਾ ਕਰਕੇ ਸਦੀਵੀ ਆਨੰਦ ਵਾਲਾ ਬਣ ਜਾਂਦਾ ਹੈ। ਜੇ ਤੇ ਅਸੀਂ ਇਸ ਤਰ੍ਹਾਂ ਕਰੀਏ ਫਿਰ ਤੇ ਜਿਹੜੀ ਸਾਡੀ ਸਾਰਿਆਂ ਦੀ ਚਾਹਤ ਹੈ ਸੁਖ ਆਨੰਦ ਵਿੱਚ ਜੀਵਨ ਬਸਰ ਕਰਨ ਦੀ, ਉਹ ਪੂਰੀ ਹੋ ਜਾਂਦੀ ਹੈ। ਨਹੀਂ ਤਾਂ ਗੁਰੂਦੇਵ ਕਹਿੰਦੇ ਇਸ ਸੰਸਾਰ ਵਿੱਚ ਮੈਂ ਦੇਖਦਾ ਲੋਕ ਦੁਖੀ, ਚਿੰਤਤ, ਉਦਾਸ, ਨਿਰਾਸ਼, ਬੇਚੈਨ ਨਜ਼ਰ ਆਉਂਦੇ ਨੇ। ਅਸਲ ਵਿੱਚ ਇਸ ਸਾਰੀ ਚਿੰਤਾ ਵਾਲਾ, ਇਸ ਪਰੇਸ਼ਾਨੀ, ਉਦਾਸੀ, ਨਿਰਾਸ਼ਾ ਵਾਲਾ ਜੀਵਨ, ਇਹਦੇ ਪਿੱਛੇ ਇੱਕੋ ਹੀ ਕਾਰਨ ਹੈ ਕਿ ਸਾਨੂੰ ਵਾਹਿਗੁਰੂ ਜੀ ਦੇ ਹੁਕਮ ਅਨੁਸਾਰ, ਉਹਨਾਂ ਦੀ ਮਰਜ਼ੀ ਅਨੁਸਾਰ, ਉਹਨਾਂ ਦੇ ਭਾਣੇ ਅਨੁਸਾਰ ਜਿਉਣਾ ਨਹੀਂ ਆ ਰਿਹਾ। ਅਸੀਂ ਵਾਹਿਗੁਰੂ ਜੀ ਦੀ ਮਰਜ਼ੀ ਅਨੁਸਾਰ ਮਿਲੀ ਹੋਈ ਮਤ ਬੁੱਧ ਨੂੰ ਉਸ ਤਰ੍ਹਾਂ ਨਹੀਂ ਵਰਤ ਰਹੇ ਜਿਸ ਤਰ੍ਹਾਂ ਵਰਤਦੇ ਹਾਂ ਅਸੀਂ ਵਾਹਿਗੁਰੂ ਜੀ ਨੂੰ ਭਾ ਜਾਈਏ, ਆਪਣੇ ਰਚਨਹਾਰ ਨੂੰ ਭਾ ਜਾਈਏ, ਬਲਕਿ ਵਾਹਿਗੁਰੂ ਜੀ ਦੀ ਮਰਜ਼ੀ ਨਾਲ ਮਿਲੀ ਹੋਈ ਮਤ ਨੂੰ ਅਸੀਂ ਉਹਨਾਂ ਦੀ ਮਰਜ਼ੀ ਤੋਂ, ਉਹਨਾਂ ਦੇ ਭਾਣੇ ਤੋਂ ਉਲਟ ਵਰਤ ਕੇ ਬੇਸੰਜਮੇ ਹੋ ਕੇ, ਕੁਰਾਹੇ ਪੈ ਕੇ, ਉਜੜੇ ਪੈ ਕੇ ਜੀਵਨ ਜਿਉਨੇ ਆ ਤੇ ਸਾਡਾ ਉਹ ਬੇਸੰਜਮਾਪਣ ਜਿਹੜਾ ਸਾਡੀ ਮਤ ਦੀ ਅਗਿਆਨਤਾ ਵਿੱਚੋਂ, ਕੁਚੱਜੀ ਵਰਤੋਂ ਵਿੱਚੋਂ ਨਿਕਲਿਆ, ਉਹ ਬੇਸੰਜਮਾਪਣ ਹੀ ਸਾਡੇ ਜੀਵਨ ਦੀ ਉਦਾਸੀ, ਨਿਰਾਸ਼ਾ, ਚਿੰਤਾ ਦਾ ਕਾਰਨ ਹੈ। ਹੁਣ ਮਹਾਰਾਜ ਕਹਿੰਦੇ ਇਸ ਸੰਸਾਰ ਦੇ ਲੋਕ ਇਸ ਰਮਜ਼ ਨੂੰ ਤੇ ਸਮਝਦੇ ਨਹੀਂ, ਬਲਕਿ ਆਪਣੇ ਜੀਵਨ ਦੇ ਬੇਸੰਜਮੇਪਣ ਨੂੰ, ਆਪਣੀ ਨਾਸਮਝੀ ਨੂੰ ਦੂਰ ਕਰਨ ਦੀ ਬਜਾਏ, ਆਪਣੀ ਇਸ ਖਾਮੀ ਨੂੰ ਸੁਧਾਰਨ ਦੀ ਬਜਾਏ, ਆਪਣੇ ਜੀਵਨ ਵਿੱਚ ਪੈਦਾ ਹੋਈਆਂ ਚਿੰਤਾਵਾਂ, ਦੁੱਖਾਂ ਦੇ ਲਈ ਜ਼ਿੰਮੇਵਾਰ ਜਾਂ ਸੰਸਾਰ ਨੂੰ ਠਹਿਰਾਉਂਦੇ ਐ
ਜਾਂ ਨਿਰੰਕਾਰ ਨੂੰ ਠਹਿਰਾਉਂਦੇ ਆ ਕਿ ਰੱਬ ਨੇ ਮੇਰੇ ਨਾਲ ਇਦਾਂ ਕੀਤਾ, ਸੰਸਾਰ ਨੇ ਮੇਰੇ ਨਾਲ ਇਦਾਂ ਕੀਤਾ। ਮਹਾਰਾਜ ਕਹਿੰਦੇ ਇਹਦੇ ਨਾਲ ਤੁਹਾਡੇ ਜੀਵਨ ਦੀ ਚਿੰਤਾ ਵਿੱਚ, ਉਦਾਸੀ, ਨਿਰਾਸ਼ਾ ਵਿੱਚ ਕੋਈ ਫਰਕ ਨਹੀਂ ਪੈਣਾ। ਜਿੰਨੇ ਮਰਜ਼ੀ ਗਿਲੇ ਗੁਜ਼ਾਰੀਆਂ ਕਰੀ ਜਾਓ, ਤੁਹਾਡਾ ਜੀਵਨ ਉਦੋਂ ਹੀ ਚਿੰਤਾ ਤੋਂ ਨਿਕਲ ਕੇ ਅਚਿੰਤ ਅਵਸਥਾ ਵਿੱਚ, ਸਹਿਜ ਵਿੱਚ ਆਉਣਾ ਹੈ, ਪ੍ਰਸੰਨਤਾ, ਖੁਸ਼ੀ ਵਿੱਚ ਆਉਣਾ ਹੈ, ਜਿੱਦਣ ਤੁਸੀਂ ਆਪਣਾ ਇਹ ਸੋਚਣ ਦਾ ਢੰਗ ਬਦਲੋਗੇ। ਤੇ ਸੋਚਣ ਦਾ ਢੰਗ ਬਦਲਣ ਦਾ ਮਤਲਬ ਇਹ ਹੈ ਕਿ ਜੋ ਕੁਛ ਕਰਤਾ ਪੁਰਖ ਵਾਹਿਗੁਰੂ ਜੀ ਨੂੰ ਚੰਗਾ ਲੱਗਦਾ, ਸਾਡੇ ਜੀਵਨ ਦੇ ਰਚਨਹਾਰੇ ਨੂੰ ਚੰਗਾ ਲੱਗਦਾ, ਉਹਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਉਹਨੂੰ ਬੁੱਝਣ ਦੀ ਕੋਸ਼ਿਸ਼ ਕਰੀਏ ਕਿ ਵਾਹਿਗੁਰੂ ਜੀ ਨੂੰ ਕੀ ਭਾਉਂਦਾ ਹੈ। ਤੇ ਜੋ ਵਾਹਿਗੁਰੂ ਜੀ ਨੂੰ ਭਾਉਂਦਾ ਹੈ ਉਹ ਹੀ ਸਾਨੂੰ ਵੀ ਚੰਗਾ ਲੱਗਣ ਲੱਗ ਜਾਏ। ਠੀਕ ਹੈ, ਅੱਜ ਸਾਡੀ ਸਮਝ ਓਨੀ ਪਰਪੱਕ ਨਹੀਂ ਹੈ ਕਿ ਅਸੀਂ ਉਸ ਵਾਹਿਗੁਰੂ ਜੀ ਦੀ ਮਰਜ਼ੀ ਨੂੰ, ਭਾਣੇ ਨੂੰ ਸਮਝ ਕੇ ਉਹਦੇ ਅਨੁਸਾਰ ਜੀਵਨ ਜਿਉ ਸਕੀਏ। ਪਰ ਦਾਤਾਰ ਪਾਤਸ਼ਾਹ ਕਹਿੰਦੇ ਇਹਦੀ ਇੱਕ ਜੁਗਤ ਹੈ, ਇਹਦਾ ਇੱਕ ਢੰਗ ਹੈ। ਤੁਸੀਂ ਨਿੱਤਾ ਪ੍ਰਤੀ ਵਾਹਿਗੁਰੂ ਜੀ ਨਾਲ ਲਿਵਲੀਨ ਹੋਏ ਹੋਏ, ਵਾਹਿਗੁਰੂ ਜੀ ਦੇ ਰਾਹੀਂ ਇੱਥੇ ਭੇਜੇ ਹੋਏ ਸਤਿਗੁਰੂ ਜੀ ਦੇ ਨਾਲ ਸਾਂਝ ਪਾਓ। ਸਤਿਗੁਰੂ ਜੀ ਦਾ ਬਖਸ਼ਿਸ਼ ਕੀਤਾ ਹੋਇਆ ਗੁਰਬਾਣੀ ਰੂਪ ਗਿਆਨ, ਜੇ ਤੁਸੀਂ ਇਸ ਨੂੰ ਪੜੋਗੇ, ਸੁਣੋਗੇ, ਗਾਓਗੇ, ਵਿਚਾਰੋਗੇ ਤੇ ਪੂਰਨ ਸ਼ਰਧਾ ਭਰੋਸੇ ਨਾਲ ਵਿਵੇਕ ਬੁੱਧੀ ਰਾਹੀਂ ਇਹਨੂੰ ਵਿਚਾਰ ਕੇ ਇਹਦੇ ਅਨੁਸਾਰ ਆਪਣਾ ਮਨ, ਆਪਣੀ ਮਤ ਢਾਲਣ ਦਾ, ਬਣਾਉਣ ਦਾ ਯਤਨ ਕਰੋਗੇ ਤਾਂ ਪਹਿਲੀ ਗੱਲ ਤਾਂ ਇਹ ਸਾਹਿਬ ਜੀ ਕਹਿੰਦੇ ਕਿ ਸਤਿਗੁਰੂ ਨੂੰ ਚੰਗੇ ਲੱਗਣ ਲੱਗ ਜਾਓਗੇ। ਤੁਸੀਂ ਸਤਿਗੁਰੂ ਦੇ ਅਨੁਸਾਰ ਢਾਲਿਆ ਹੋਇਆ ਆਪਣਾ ਮਨ, ਆਪਣੀ ਮਤ, ਆਪਣਾ ਜੀਵਨ ਗੁਰੂ ਨੂੰ ਚੰਗਾ ਲੱਗਣ ਲੱਗੇਗਾ ਸਿੱਖ ਦਾ। ਤੇ ਜਦੋਂ ਸਿੱਖ ਦਾ ਜੀਵਨ ਗੁਰੂ ਨੂੰ ਚੰਗਾ ਲੱਗਣ ਲੱਗਿਆ, ਗੁਰੂ ਨੇ ਆਪਣੇ ਪ੍ਰਸਾਦ ਰਾਹੀਂ, ਆਪਣੀ ਕਿਰਪਾ ਰਾਹੀਂ ਸਿਰਜਣਹਾਰ ਕਰਤਾ ਪੁਰਖ ਦੇ ਪ੍ਰਸਾਦ ਦਾ ਪਾਤਰ ਬਣਾ ਦੇਣਾ। ਗੁਰੂ ਨੇ ਕਿਰਪਾ ਕਰਕੇ ਸਮਤ ਦੇ ਦੇਣੀ ਜਿਹਦੇ ਨਾਲ ਵਾਹਿਗੁਰੂ ਜੀ ਦਾ ਭਾਣਾ ਕੀ ਹੈ, ਵਾਹਿਗੁਰੂ ਜੀ ਦਾ ਹੁਕਮ ਕੀ ਹੈ, ਤੇ ਉਸ ਹੁਕਮ ਨੂੰ ਮੰਨਣ ਲਈ ਸਮਝ ਤੇ ਸਮਰੱਥਾ ਜਿਹੜੀ ਚਾਹੀਦੀ ਹੈ, ਉਹ ਬੇਨਤੀਆਂ ਕਰਕੇ ਕਿਵੇਂ ਪ੍ਰਾਪਤ ਕਰਨੀ ਹੈ, ਇਹ ਸਾਰੀ ਰਮਜ਼ ਗੁਰੂ ਨੇ ਸਮਝਾ ਦੇਣੀ। ਬਸ ਮਹਾਰਾਜ ਕਹਿੰਦੇ ਸਾਰੇ ਜੀਵਨ ਦਾ, ਤੁਹਾਡੇ ਸਾਰੇ ਮਸਲਿਆਂ, ਸਮੱਸਿਆਵਾਂ, ਚਿੰਤਾਵਾਂ ਦਾ ਹੱਲ ਇੱਕੋ ਹੀ ਹੈ ਕਿ ਸਤਿਗੁਰ ਪਿੱਛੇ ਭੱਜ ਪਵੇਂ। ਇਹ ਕਰਨੀ ਸਾਰ ਗੁਰੂ ਦੀ ਮੱਤ ਦੇ ਪਿੱਛੇ ਆਪਣੀ ਮੱਤ ਲਾ ਦਿਓ, ਗੁਰੂ ਦੀ ਮਰਜ਼ੀ ਦੇ ਅੱਗੇ ਆਪਣੀ ਮਰਜ਼ੀ ਝੁਕਾ ਦਿਓ। ਗੁਰੂ ਦੀ ਖੁਸ਼ੀ ਲੈਣ ਵਾਸਤੇ ਜੋ ਗੁਰੂ ਨੂੰ ਚੰਗਾ ਲੱਗਦਾ ਹੈ, ਜੋ ਗੁਰੂ ਦਾ ਭਾਣਾ ਹੈ, ਜੋ ਗੁਰੂ ਦਾ ਹੁਕਮ ਹੈ, ਉਹਦੇ ਉੱਤੇ ਬਿਨਾਂ ਕਿੰਤੂ ਪਰੰਤੂ ਕੀਤਿਆਂ, ਬਿਨਾਂ ਕੋਈ ਸ਼ੰਕੇ ਕੀਤਿਆਂ ਸਮਰਪਿਤ ਹੋ ਜਾਓ। ਹੁਣ ਇੱਕ ਬੜਾ ਰਮਜ਼ ਭਰਿਆ ਬਚਨ ਸਤਿਗੁਰੂ ਗ੍ਰੰਥ ਸਾਹਿਬ ਵਿੱਚ ਪੂਰਨ ਬ੍ਰਹਮ ਗਿਆਨੀ ਬਾਬਾ ਸੁੰਦਰ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਦਰਜ ਹੈ। ਬਾਣੀ ਦਾ ਨਾਮ ਹੈ ਰਾਮਕਲੀ ਸਦ। ਇਹਦਾ ਸਰਲੇਖ ਹੈ ਸਦ, ਰਾਮਕਲੀ ਰਾਗ ਵਿੱਚ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਇਸ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਦੋਂ ਦਰਜ ਕੀਤਾ, ਕਮਾਲ ਦੀ ਬਖਸ਼ਿਸ਼ ਹੋਈ। ਇਹ ਸਦ ਬਾਣੀ, ਸਦ ਦਾ ਮਤਲਬ ਹੈ ਵਾਹਿਗੁਰੂ ਜੀ ਵੱਲੋਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਸੱਦਾ ਆਇਆ ਆਪਣੇ ਕੋਲ ਆਉਣ ਦਾ। ਮਹਾਰਾਜ ਦਾ ਇਹ ਸੰਸਾਰਕ ਸਫ਼ਰ ਸੰਪੂਰਨ ਕਰਕੇ ਵਾਹਿਗੁਰੂ ਜੀ ਵਿੱਚ ਲਵਲੀਨ ਹੋਣ ਦਾ, ਜੋਤੀ ਜੋਤ ਸਮਾਉਣ ਦਾ, ਚਲਾਣੇ ਦਾ ਸੱਦਾ ਆਇਆ ਵਾਹਿਗੁਰੂ ਜੀ ਵੱਲੋਂ। ਤੇ ਉਸ ਵੇਲੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਆਪਣੇ ਆਪ ਨੂੰ ਵਾਹਿਗੁਰੂ ਜੀ ਵੱਲੋਂ, ਉਹਨਾਂ ਦੇ ਭਾਣੇ ਵਿੱਚ, ਉਹਨਾਂ ਵੱਲੋਂ ਆਏ ਹੋਏ ਸੱਦੇ ਨੂੰ ਸਿਰ ਮੱਥੇ ਤੇ ਮੰਨਦਿਆਂ ਚੱਲਣ ਦੀ ਤਿਆਰੀ ਕੀਤੀ। ਤੇ ਚੱਲਣ ਤੋਂ ਪਹਿਲਾਂ ਸਾਰੇ ਪਰਿਵਾਰ ਨੂੰ,
ਭਰਾਵਾਂ ਰਿਸ਼ਤੇਦਾਰਾਂ ਤੇ ਸਾਰੇ ਗੁਰਸਿੱਖਾਂ ਨੂੰ ਆਪਣੇ ਕੋਲ ਬੁਲਾਇਆ। ਬੁਲਾ ਕੇ ਕੁਝ ਵਿਸ਼ੇਸ਼ ਹੁਕਮ ਜਾਰੀ ਕੀਤੇ, ਕੁਝ ਵਿਸ਼ੇਸ਼ ਗੱਲਾਂ ਸਮਝਾਈਆਂ ਤੇ ਮੰਨਣ ਵਾਸਤੇ ਨਾਲ ਹੀ ਆਗਿਆ ਵੀ ਕੀਤੀ। ਨਾਲ ਇਹ ਆਖਿਆ ਕਿ ਜੇ ਇਹ ਗੱਲਾਂ ਮੰਨੋਗੇ ਤੁਹਾਨੂੰ ਮੇਰੀ ਖੁਸ਼ੀ ਮਿਲੇਗੀ, ਗੁਰੂ ਨਾਨਕ ਦੇ ਦਰਬਾਰ ਦੀ ਖੁਸ਼ੀ ਮਿਲੇਗੀ। ਔਰ ਗੁਰੂ ਅਮਰਦਾਸ ਸਾਹਿਬ ਕਹਿੰਦੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਮੈਂ ਵਾਹਿਗੁਰੂ ਜੀ ਦੇ ਦਰ ਤੇ ਪ੍ਰਵਾਨ ਹੋ ਚੁੱਕਿਆ। ਮੈਨੂੰ ਵਾਹਿਗੁਰੂ ਜੀ ਨੇ ਹੁਣ ਅੱਜ ਸੱਦਾ ਭੇਜਿਆ ਤੇ ਇਹ ਸੱਦਾ ਮੈਨੂੰ ਚੰਗਾ ਲੱਗਿਆ, ਮੈਂ ਇਸ ਨੂੰ ਪ੍ਰਵਾਨ ਕਰ ਲਿਆ। ਤੇ ਇਹ ਕਿਉਂਕਿ ਮੈਂ ਪ੍ਰਵਾਨ ਕੀਤਾ, ਮੈਂ ਵਾਹਿਗੁਰੂ ਜੀ ਦੇ ਭਾਣੇ ਵਿੱਚ ਰਾਜ਼ੀ ਰਹਿਣ ਦੀ ਆਪਣੇ ਅੰਦਰ ਅਵਸਥਾ ਬਣਾ ਲਈ। ਮੇਰੀ ਇਹ ਬਣੀ ਹੋਈ ਅਵਸਥਾ ਰਜ਼ਾ ਵਿੱਚ ਰਾਜ਼ੀ ਰਹਿਣ ਦੀ ਮੇਰੇ ਵਾਹਿਗੁਰੂ ਜੀ ਨੂੰ ਚੰਗੀ ਲੱਗੀ ਤੇ ਮੇਰੇ ਵਾਹਿਗੁਰੂ ਜੀ ਨੇ ਮੈਨੂੰ ਸ਼ਾਬਾਸ਼ ਦਿੱਤੀ, ਮੇਰਾ ਮਾਣ ਸਤਿਕਾਰ ਕੀਤਾ। ਤੇ ਮੈਂ ਤੁਹਾਨੂੰ ਗੁਰੂ ਕੇ ਸਿੱਖੋ, ਮੇਰੇ ਪੁੱਤਰੋ ਭਰਾਵੋ, ਮੇਰੇ ਗੁਰੂ ਨਾਨਕ ਦੇ ਸਤ ਸੰਗੀਓ, ਤੁਹਾਨੂੰ ਇਹ ਦੱਸਣਾ ਚਾਹੁੰਦਾ ਜਾਣ ਲੱਗਿਆ ਹੁਣ ਕਿ ਜਿਵੇਂ ਮੈਂ ਵਾਹਿਗੁਰੂ ਜੀ ਦੇ ਭਾਣੇ ਵਿੱਚ ਉਹਦੇ ਆਏ ਹੋਏ ਸੱਦੇ ਨੂੰ ਪ੍ਰਵਾਨ ਕਰਕੇ ਵਾਹਿਗੁਰੂ ਜੀ ਦੀ ਕਿਰਪਾ, ਵਾਹਿਗੁਰੂ ਜੀ ਦੀ ਖੁਸ਼ੀ ਲੈ ਲਈ ਹੈ, ਮੈਨੂੰ ਵਾਹਿਗੁਰੂ ਜੀ ਨੇ ਸ਼ਾਬਾਸ਼ ਦਿੱਤੀ ਹੈ, ਇਦਾਂ ਤੁਸੀਂ ਵੀ ਕਰਿਓ। ਜਿਹੜੀਆਂ ਗੱਲਾਂ ਮੈਂ ਤੁਹਾਨੂੰ ਕਹਿਣੀਆਂ ਨੇ ਉਹ ਤੁਸੀਂ ਉਦਾਂ ਹੀ ਕਰਨੀਆਂ ਨੇ, ਤੁਹਾਨੂੰ ਮੇਰੀ ਖੁਸ਼ੀ, ਗੁਰੂ ਨਾਨਕ ਦੇ ਦਰਬਾਰ ਦੀ ਖੁਸ਼ੀ ਮਿਲੇਗੀ। ਤੇ ਗੁਰੂ ਦਾ ਪ੍ਰਸਾਦ ਜੇ ਮਿਲ ਗਿਆ ਤਾਂ ਤੁਸੀਂ ਵਾਹਿਗੁਰੂ ਜੀ ਦੇ ਭਾਣੇ ਵਿੱਚ ਰਾਜ਼ੀ ਰਹਿੰਦਿਆਂ ਵਾਹਿਗੁਰੂ ਜੀ ਦੀ ਕਿਰਪਾ ਦੇ ਪਾਤਰ ਬਣ ਜਾਓਗੇ। ਮੈਂ ਬਣਿਆ, ਮੈਨੂੰ ਆਨੰਦ ਮਿਲਿਆ, ਤੁਹਾਨੂੰ ਵੀ ਆਨੰਦ ਮਿਲ ਜਾਏਗਾ। ਔਰ ਉੱਥੇ ਇੱਕ ਬੜਾ ਰਮਜ਼ ਭਰਿਆ ਬਚਨ ਬਾਬਾ ਸੁੰਦਰ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਉਚਾਰਨ ਕੀਤਾ। ਬਚਨ ਹੈ ਕਿ ਇਸ ਸੰਸਾਰ ਦੇ ਅੰਦਰ ਅਸਲ ਵਿੱਚ ਭਗਤ ਵੀ ਉਹੀ ਹੈ ਤੇ ਸਤਿਗੁਰੂ ਵੀ ਸਹੀ ਅਰਥਾਂ ਵਿੱਚ ਉਹੀ ਹੈ, ਪੂਰਨ ਗੁਰੂ ਵੀ ਉਹੀ ਹੈ ਜਿਹੜਾ ਖੁਦ ਪਹਿਲਾਂ ਵਾਹਿਗੁਰੂ ਜੀ ਦੇ ਪਾਣੇ ਨੂੰ ਸਮਝ ਕੇ ਵਾਹਿਗੁਰੂ ਜੀ ਦੇ ਪਾਣੇ ਵਿੱਚ ਚੱਲਣ ਦਾ ਆਪਣੇ ਜੀਵਨ ਦਾ ਨਿਯਮ ਬਣਾ ਲਵੇ, ਚੱਲਣ ਲੱਗ ਪਵੇ। ਬਚਨ ਹੈ ਭਗਤ ਸਤਿਗੁਰ ਪੁਰਖ ਸੋਈ, ਜਿਸ ਹਰ ਪ੍ਰਭ ਭਾਣਾ ਪਾਵੇ। ਇਹੀ ਇਸ ਸੰਸਾਰ ਵਿੱਚ ਉਹ ਹੀ ਭਗਤ ਹੈ ਤੇ ਉਹ ਹੀ ਸਤਿਗੁਰੂ ਕਹਾਉਣ ਦਾ ਹੱਕਦਾਰ ਹੈ। ਉਹ ਹੀ ਅਸਲ ਵਿੱਚ ਸਤਿਗੁਰੂ ਹੈ ਜਿਹਨੂੰ ਪਹਿਲਾਂ ਖੁਦ ਵਾਹਿਗੁਰੂ ਜੀ ਦਾ ਭਾਣਾ ਚੰਗਾ ਲੱਗਣ ਲੱਗ ਜਾਏ ਤੇ ਖੁਦ ਉਹ ਵਾਹਿਗੁਰੂ ਜੀ ਦੇ ਭਾਣੇ ਵਿੱਚ ਚੱਲੇ। ਹੁਣ ਇੱਥੇ ਹੀ ਗੁਰੂ ਅਮਰਦਾਸ ਸਾਹਿਬ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਬਚਨ ਬਾਬਾ ਸੁੰਦਰ ਜੀ ਕਲਮਬੰਦ ਕਰਦੇ ਐ ਇਸ ਬਾਣੀ ਦੇ ਅੰਦਰ। ਕੀ ਕਹਿੰਦੇ ਕਿ ਸਤਿਗੁਰੂ ਜੀ ਨੇ ਬੁਲਾਇਆ ਸਾਰਿਆਂ ਨੂੰ ਤੇ ਕੀ ਆਖਦੇ ਨੇ, ਤੁਸੀਂ ਸਿੱਖ ਭਾਈ ਪਰਿਵਾਰ ਮੇਰਾ ਸੁਣੋ। ਸਾਰੇ ਜਾਣੇ ਇਕੱਠੇ ਹੋ ਕੇ ਮਹਾਰਾਜ ਨੇ ਜਦੋਂ ਬੁਲਾਇਆ, ਤੁਸੀਂ ਸਿੱਖ ਸੁਣੋ ਪੁੱਤ ਭਾਈ ਹੋ ਮੇਰੇ ਹਰ ਭਾਣਾ ਆਓ ਮੈਂ ਪਾਸ ਜੀਓ। ਸਾਰੇ ਜਾਣੇ ਸੁਣੋ ਇਸ ਗੱਲ ਨੂੰ। ਗੁਰੂ ਅਮਰਦਾਸ ਸਾਹਿਬ ਕਹਿੰਦੇ ਕਿ ਮੇਰੇ ਵਾਹਿਗੁਰੂ ਜੀ ਨੂੰ ਹੁਣ ਇਹ ਚੰਗਾ ਲੱਗਿਆ, ਮੇਰੇ ਵਾਹਿਗੁਰੂ ਜੀ ਨੇ ਇਹ ਪਾਇਆ, ਮੇਰੇ ਵਾਹਿਗੁਰੂ ਜੀ ਦਾ ਇਹ ਭਾਣਾ ਹੈ ਕਿ ਇਹ ਗੁਰੂ ਅਮਰਦਾਸ ਮੇਰੇ ਕੋਲ ਆ ਜਾਓ। ਹੁਣ ਤੁਸੀਂ ਸਿੱਖ ਸੁਣੋ ਪੁੱਤ ਭਾਈ ਹੋ ਮੇਰੇ ਹਰ ਭਾਣਾ ਆਓ ਮੈਂ ਪਾਸ ਜੀਓ। ਤੇ ਸਾਹਿਬ ਕਹਿੰਦੇ ਫਿਰ ਉਸ ਵੇਲੇ ਜਦੋਂ ਹੁਕਮ ਆ ਗਿਆ ਮੇਰੇ ਵਾਹਿਗੁਰੂ ਜੀ ਦਾ ਭਾਣਾ, ਉਹਦੇ ਵਿੱਚ ਹੁਕਮ ਆਇਆ ਤੇ ਮੈਂ ਪ੍ਰਵਾਨ ਕਰ ਲਿਆ। ਤੇ ਨਤੀਜਾ ਕੀ ਨਿਕਲਿਆ? ਹਰ ਭਾਣਾ ਗੁਰ ਭਾਇਆ, ਮੇਰਾ ਹਰ ਪ੍ਰਭ ਕਰੇ ਸ਼ਾਬਾਸ਼। ਗੁਰੂ ਅਮਰਦਾਸ ਸਾਹਿਬ ਜੀ ਨੂੰ ਵਾਹਿਗੁਰੂ ਦਾ ਭਾਣਾ ਪਾ ਗਿਆ, ਚੰਗਾ ਲੱਗਿਆ, ਪ੍ਰਵਾਨ ਕਰ ਲਿਆ। ਸਤ ਬਚਨ ਜੀ ਆਪ ਜੀ ਨੇ ਮੈਨੂੰ ਬੁਲਾਇਆ, ਮੈਂ ਆਉਣ ਲਈ ਤਿਆਰ ਹਾਂ। ਕੋਈ ਉਜ਼ਰ ਨਹੀਂ, ਕੋਈ ਗਿਲਾ ਸ਼ਿਕਵਾ ਨਹੀਂ ਕਿ ਮੈਨੂੰ ਬੁਲਾਇਆ ਕਿਉਂ ਹੈ, ਮੈਂ ਨਹੀਂ ਜਾਣਾ ਚਾਹੁੰਦਾ। ਸਤ ਹੈ ਤੇ ਮੇਰੇ ਵਾਹਿਗੁਰੂ ਦਾ ਭਾਣਾ ਸਤ ਕਰਕੇ ਮੰਨਣ ਦੇ ਕਰਕੇ ਮੇਰਾ ਹਰ ਪ੍ਰਭ ਕਰੇ ਸ਼ਾਬਾਸ਼ ਜੀਓ। ਮੇਰੇ ਵਾਹਿਗੁਰੂ ਜੀ ਨੇ ਮੈਨੂੰ ਸ਼ਾਬਾਸ਼ ਦਿੱਤੀ, ਤੁਹਾਨੂੰ ਆਖਿਆ
ਮੇਰੇ ਉੱਤੇ, ਮੇਰੇ ਜੀਵਨ ਉੱਤੇ ਆਪਣੀ ਪ੍ਰਵਾਨਗੀ ਦੀ ਮੋਹਰ ਲਾ ਦਿੱਤੀ, ਲਿਵਲੀਨ ਕਰ ਲਿਆ ਆਪਣੇ ਆਪ। ਹੁਣ ਮਹਾਰਾਜ ਗੁਰੂ ਅਮਰਦਾਸ ਸਾਹਿਬ ਕਹਿੰਦੇ, ਮੈਂ ਤੇ ਵਾਹਿਗੁਰੂ ਦਾ ਭਾਣਾ ਮੰਨ ਕੇ ਵਾਹਿਗੁਰੂ ਦੀ ਸ਼ਾਬਾਸ਼ ਲੈ ਲਈ, ਵਾਹਿਗੁਰੂ ਦੀ ਪ੍ਰਸੰਨਤਾ ਮੈਨੂੰ ਤੇ ਮਿਲ ਗਈ, ਪਰ ਮੈਂ ਹੁਣ ਤੁਹਾਨੂੰ ਵੀ ਕੁਝ ਗੱਲਾਂ ਕਹਿਣੀਆਂ ਚਾਹੁੰਦਾ। ਤੁਸੀਂ ਵੀ ਇਹ ਗੱਲਾਂ ਮੈਨੂੰ ਜਿਹੜੀਆਂ ਚੰਗੀਆਂ ਲੱਗੀਆਂ ਨੇ, ਮੈਂ ਇਹ ਆਗਿਆ ਕਰਦਾ ਕਿ ਮੇਰੀ ਇੱਛਾ ਇਹ ਹੈ, ਮੈਨੂੰ ਇਹ ਚੰਗਾ ਲੱਗਦਾ ਹੈ ਕਿ ਤੁਸੀਂ ਇਸ ਤਰ੍ਹਾਂ ਕਰਿਓ। ਮੇਰੇ ਜਾਣ ਸਮੇਂ ਤੁਸੀਂ ਕੀ ਕਰਨਾ? ਸਤਿਗੁਰ ਭਾਣਾ ਹੈ ਆਪਣਾ, ਆਪਣੇ ਭਾਣੇ ਵਿੱਚ ਆਪਣੀ ਇੱਛਾ ਅਨੁਸਾਰ ਜੋ ਸਤਿਗੁਰੂ ਜੀ ਨੂੰ ਚੰਗਾ ਲੱਗਿਆ, ਬਹਿ ਪਰਿਵਾਰ ਸਦਾਇਆ, ਬੁਲਾ ਲਿਆ ਸਾਰਿਆਂ ਨੂੰ। ਬੁਲਾ ਕੇ ਕੀ ਕਹਿੰਦੇ, ਕੀ ਕਰਨਾ ਤੁਸੀਂ? ਮਤ ਮੈਂ ਪਿੱਛੇ ਕੋਈ ਰੋਵ ਸੀ, ਸੋ ਮੈਂ ਮੂਲ ਨਾ ਪਾਇਆ। ਮੈਨੂੰ ਇਹ ਗੱਲ ਚੰਗੀ ਨਹੀਂ ਲੱਗਣੀ ਕਿ ਮੇਰੇ ਪਿੱਛੋਂ ਤੁਸੀਂ ਰੋਇਓ। ਇੱਕ ਤੇ ਤੁਸੀਂ ਰੋਣਾ ਨਹੀਂ, ਇਸ ਤਰ੍ਹਾਂ ਦਾ ਸੰਸਾਰੀਆਂ ਵਾਂਗ ਗਿਲਿਆਂ ਸ਼ਿਕਵਿਆਂ ਵਾਲਾ ਕੁਰਲਾਹਟ ਭਰਿਆ ਰੋਣਾ ਧੋਣਾ ਨਹੀਂ ਕਰਨਾ। ਦੂਸਰੀ ਗੱਲ ਤੁਸੀਂ ਇਹ ਕਰਨੀ ਹੈ ਕਿ ਮੇਰੇ ਪਿੱਛੇ ਤੁਸੀਂ ਆ ਕਰਮਕਾਂਡੀ ਸੰਸਾਰੀਆਂ ਦੇ ਅਖੌਤੀ ਧਾਰਮਿਕ ਆਗੂਆਂ ਦੇ ਪਿੱਛੇ ਲੱਗ ਕੇ ਕੋਈ ਪਿੰਡ ਪੱਤਲ ਕਿਰਿਆ ਤੇ ਦੀਵੇ ਤੇ ਹੋਰ ਇਹ ਸਾਰਾ ਕੁਝ ਸ਼ਰਾਧ ਸ਼ਰੂਦ ਇਹ ਕੁਝ ਨਹੀਂ ਕਰਨੇ। ਤੁਸੀਂ ਇੱਕੋ ਕੰਮ ਕਰਨਾ, ਮੇਰੇ ਪਿੱਛੇ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ। ਤੁਸੀਂ ਕਰਤਾ ਪੁਰਖ ਵਾਹਿਗੁਰੂ ਜੀ ਦਾ ਸ਼ੁਕਰਾਨੇ ਭਰਿਆ ਗੁਣਗਾਨ ਕਰਨਾ ਬੈਠ ਕੇ ਸਾਰਿਆਂ ਨੇ। ਉਹਦੀ ਰਜ਼ਾ ਵਿੱਚ ਰਾਜ਼ੀ ਰਹਿਣ ਦੇ ਲਈ ਜੋ ਗੁਰੂ ਉਪਦੇਸ਼ ਹੈ, ਗੁਰੂ ਨਾਨਕ ਦੇ ਦਰ ਘਰ ਤੋਂ ਤੁਹਾਨੂੰ ਗੁਰਬਾਣੀ ਰੂਪ ਉਪਦੇਸ਼ ਮਿਲਿਆ, ਤੁਸੀਂ ਉਹਦਾ ਕੀਰਤਨ ਕਰਿਓ। ਤੇ ਤੀਸਰੀ ਗੱਲ ਤੁਸੀਂ ਇਹ ਕਰਨੀ ਹੈ ਕਿ ਮੈਂ ਕੋਖ ਵਿਚਾਰ ਕੇ ਜੋ ਮੈਨੂੰ ਚੰਗਾ ਲੱਗਿਆ, ਮੈਂ ਗੁਰੂ ਰਾਮਦਾਸ ਜੀ ਨੂੰ ਗੁਰੂ ਨਾਨਕ ਪਾਤਸ਼ਾਹ ਦੀ ਗੁਰਤਾ ਗੱਦੀ ਤੇ ਬਿਰਾਜਮਾਨ ਕੀਤਾ। ਤੁਸੀਂ ਸਾਰਿਆਂ ਨੇ ਬਿਨਾਂ ਕਿਸੇ ਸ਼ੰਕੇ ਦੇ, ਬਿਨਾਂ ਕਿਸੇ ਉਜ਼ਰ ਦੇ ਇਹਨਾਂ ਨੂੰ ਮੱਥਾ ਟੇਕ ਕੇ ਹੁਣ ਗੁਰੂ ਨਾਨਕ ਦੀ ਗੁਰਤਾ ਗੱਦੀ ਦਾ ਵਾਰਸ ਜਾਣ ਕੇ, ਗੁਰੂ ਜਾਣ ਕੇ, ਇਹਨਾਂ ਦੇ ਸਿੱਖ ਸੇਵਕ ਬਣ ਕੇ ਇਹਨਾਂ ਕੋਲੋਂ ਵਾਹਿਗੁਰੂ ਜੀ ਦੀ ਕਿਰਪਾ ਦਾ ਪਾਤਰ ਬਣਨ ਦਾ ਉਪਦੇਸ਼ ਗ੍ਰਹਿਣ ਕਰਨਾ। ਹੁਣ ਜਦੋਂ ਇਹ ਕੌਤਕ ਵਾਪਰਿਆ ਤਾਂ ਜਿਨ੍ਹਾਂ ਨੇ ਮੰਨ ਲਿਆ ਉਹਨਾਂ ਨੇ ਕੀਰਤਨ ਵੀ ਕੀਤਾ, ਉਹਨਾਂ ਨੇ ਉਹ ਕਰਮਕਾਂਡ ਜਿਹੜੇ ਦੁਨੀਆਦਾਰ ਕਰਦੇ ਉਹ ਵੀ ਨਹੀਂ ਕੀਤੇ, ਤੇ ਨਾ ਦੁਨੀਆ ਵਾਲਾ ਸ਼ਿਕਵਿਆਂ ਭਰਿਆ ਰੋਣਾ ਧੋਣਾ ਕੀਤਾ। ਤੀਸਰਾ, ਗੁਰੂ ਦੀ ਆਗਿਆ ਮੰਨ ਕੇ ਸਭ ਤੋਂ ਪਹਿਲਾਂ ਤਾਂ ਮੋਰੀ ਪੁੱਤ ਸਨਮੁਖ ਹੋਆ, ਰਾਮਦਾਸੈ ਪੈਰੀ ਪਾਏ ਜੀਓ। ਗੁਰੂ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਦੇ ਪੁੱਤਰ ਬਾਬਾ ਮੋਹਰੀ ਜੀ ਨੇ ਜਿੱਦਾਂ ਸਤਿਗੁਰ ਪੁਰਖ ਜੇ ਬੋਲਿਆ, ਗੁਰਸਿੱਖਾਂ ਮੰਨ ਲਈ ਰਜ਼ਾਏ ਜੀਓ। ਸਾਰੇ ਗੁਰਸਿੱਖਾਂ ਨੇ ਗੁਰੂ ਦੀ ਆਗਿਆ ਮੰਨ ਲਈ, ਆਪਣੀ ਮਰਜ਼ੀ ਨਹੀਂ ਥੋਪੀ, ਗੁਰੂ ਦੀ ਮਰਜ਼ੀ ਅਨੁਸਾਰ ਸਾਰਾ ਕੁਝ ਕੀਤਾ। ਪਹਿਲਾਂ ਬਾਬਾ ਮੋਹਰੀ ਜੀ ਨੇ ਮੱਥਾ ਟੇਕਿਆ, ਫਿਰ ਸਾਰੇ ਗੁਰਸਿੱਖਾਂ ਨੇ ਮੱਥਾ ਟੇਕਿਆ। ਏਦਾਂ ਸਾਰੇ ਨਿਹਾਲ ਹੋ ਗਏ, ਸਾਰੇ ਖੁਸ਼ ਹੋ ਗਏ। ਬਾਬਾ ਮੋਹਰੀ ਜੀ ਨੂੰ ਵੀ ਖੁਸ਼ੀਆਂ ਮਿਲੀਆਂ, ਸੰਗਤ ਦੇ ਉਹਨਾਂ ਸਾਰਿਆਂ ਗੁਰਸਿੱਖਾਂ ਨੂੰ ਖੁਸ਼ੀਆਂ ਮਿਲੀਆਂ ਜਿਨ੍ਹਾਂ ਨੇ ਗੁਰੂ ਦੀ ਆਗਿਆ ਮੰਨੀ। ਹੁਣ ਮਹਾਰਾਜ ਕਹਿੰਦੇ ਇਸ ਗੱਲ ਨੂੰ ਧਿਆਨ 'ਚ ਰੱਖਿਓ। ਗੁਰੂ ਪਿਆਰਿਓ, ਇਹ ਗੱਲ ਨੂੰ ਵਾਪਰਿਆ 500 ਸਾਲ ਦੇ ਕਰੀਬ ਸਮਾਂ ਹੋ ਗਿਆ। ਰਾਮਕਲੀ ਦੇ ਰਾਗ ਵਿੱਚ ਸਦ ਬਾਣੀ ਦੇ ਅਨੁਸਾਰ ਇਹ ਕੌਤਕ ਜਿਹੜਾ ਵਾਪਰਿਆ ਉਸ ਨੂੰ ਬਾਣੀ ਵਿੱਚ ਦਰਜ ਕਰ ਦਿੱਤਾ ਗਿਆ। ਲੇਕਿਨ ਅੱਜ ਜਦੋਂ ਅਸੀਂ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੇ ਮੁਖਾਰਬਿੰਦ ਤੋਂ ਇਸ ਵਚਨ ਨੂੰ ਵਿਚਾਰ ਰਹੇ ਹਾਂ ਤਾਂ ਉਹ ਹੀ ਉਪਦੇਸ਼ ਜਿਹੜਾ ਉਸ ਵੇਲੇ ਗੁਰੂ ਅਮਰਦਾਸ ਸਾਹਿਬ ਨੇ ਆਪਣੇ ਇਸ ਸੰਸਾਰ ਤੋਂ ਜਾਣ ਸਮੇਂ ਗੁਰਸਿੱਖਾਂ ਨੂੰ, ਪੁੱਤਰਾਂ ਭਰਾਵਾਂ ਨੂੰ ਆਖਿਆ ਤੇ ਉਹਨਾਂ ਨੇ ਮੰਨ ਲਿਆ, ਇਹੀ ਨਿਯਮ ਅੱਜ ਸਾਡੇ ਵਾਸਤੇ ਵੀ। ਅੱਜ ਵੀ ਗੁਰੂ ਸਾਹਿਬ ਜੋ ਸਾਨੂੰ ਉਪਦੇਸ਼ ਕਰ ਰਹੇ ਨੇ ਕਿ ਭਾਣੇ ਵਿੱਚ ਆਉਣਾ ਸਿੱਖੋ, ਗੁਰੂ ਦੀ ਮਰਜ਼ੀ ਅਨੁਸਾਰ ਜਿਉਣਾ ਸਿੱਖੋ, ਗੁਰੂ ਵੱਲ ਮੁਖ ਕਰੋ, ਗੁਰੂ ਦੀ ਮੱਤ ਦੇ ਉੱਤੇ ਉਟੰਕਣ ਨਾ ਕਰੋ, ਗੁਰੂ ਦੀ ਮੱਤ ਨੂੰ ਆਪਣੀ ਮਨ ਮਰਜ਼ੀ ਅਨੁਸਾਰ ਅਰਥ ਕਰਕੇ ਕੁਰਾਹੇ ਨਾ ਪਾਓ, ਵੰਡੀਆਂ ਨਾ ਪਾਓ, ਟੁਕੜੇ ਨਾ ਕਰੋ, ਆਪਣੀ ਮੱਤ ਨੂੰ ਗੁਰੂ ਦੀ ਮੱਤ ਤੇ ਨਾ ਥੋਪੋ, ਬਲਕਿ ਗੁਰੂ ਦੀ ਮੱਤ ਦੇ ਅਨੁਸਾਰ ਆਪਣੀ ਮੱਤ ਨੂੰ ਚਲਾਓ।
ਨਹੀਂ ਮਨ ਮੰਨਦਾ, ਗੁਰੂ ਅੱਗੇ ਝੋਲੀ ਅੱਡੋ ਕਿ ਮਹਾਰਾਜ ਗੁਰੂ ਦੀ ਜੇ ਤੁਸੀਂ ਮਤ ਸਾਨੂੰ ਦਿੱਤੀ ਹੈ ਤੇ ਇਸ ਮਤ ਦੇ ਅਨੁਸਾਰ ਚੱਲਣ ਦੀ ਬੁੱਧੀ ਤੇ ਸਮਰੱਥਾ ਵੀ ਸਾਨੂੰ ਦੇ ਦਿਓ। ਇਹ ਬੇਨਤੀਆਂ ਕਰੋ। ਤੁਸੀਂ ਹੋਰ ਬਹੁਤ ਕੁਝ ਮੰਗਦੇ ਹੋ, ਨਾਲ ਇਹ ਮਤ ਨੂੰ ਸਮਤ ਵਿੱਚ ਬਦਲਣ ਦੀ ਵੀ ਦਾਤ ਮੰਗੋ। ਸਾ ਮਤ ਦੇਹੋ ਦਇਆਲ ਪ੍ਰਭ ਜਿਤ ਤੁਮੈ ਆਰਾਧਾ, ਨਾਨਕ ਮੰਗੈ ਦਾਨ ਪ੍ਰਭ ਰੇਨ ਪਗ ਸਾਧਾਂ। ਇਹ ਆਪਣੇ ਸਤ ਸੰਗੀਆਂ ਦੀ ਚਰਨ ਧੂੜ ਮੈਨੂੰ ਬਖਸ਼ ਦਿਓ। ਕਾਦੇ ਵਾਸਤੇ? ਮੈਨੂੰ ਆਪਣੀ ਮਤ ਦਾ ਮਾਣ ਕਰਨ ਦੀ ਬਿਰਤੀ ਖਤਮ ਹੋ ਜਾਏ ਮੇਰੇ ਅੰਦਰੋਂ। ਮੈਨੂੰ ਆਪਣੀ ਮਤ ਦਾ ਭਰੋਸਾ ਨਾ ਰਹੇ, ਮੈਨੂੰ ਗੁਰੂ ਦੀ ਮਤ ਦਾ ਭਰੋਸਾ ਦ੍ਰਿੜ ਹੋ ਜਾਏ, ਤਾਂ ਕਿ ਗੁਰੂ ਦੀ ਮਤ ਅਨੁਸਾਰ ਚੱਲਦਿਆਂ ਮੈਂ ਗੁਰੂ ਦੀ ਖੁਸ਼ੀ ਲੈ ਸਕਾਂ, ਗੁਰੂ ਦਾ ਪ੍ਰਸਾਦ ਮੈਨੂੰ ਮਿਲ ਜਾਏ ਤੇ ਗੁਰੂ ਆਪਣੇ ਪ੍ਰਸਾਦ ਰਾਹੀਂ ਮੈਨੂੰ ਇੱਕੋ ਓੰਕਾਰ ਦਾ ਭਾਣਾ ਬੁਝਾ ਦੇਵੇ ਤੇ ਮੇਰੇ ਅੰਦਰੋਂ ਜਿਹੜੀ ਮੈਂ ਜਾਣਦਾ, ਮੈਂ ਇਹ ਕਰ ਸਕਦਾ। ਤੁਹਾਨੂੰ ਕੀ ਪਤਾ? ਪਹਿਲਾਂ ਮੇਰੀ ਗੱਲ ਸੁਣੋ। ਮੈਂ ਜੋ ਕੁਝ ਕਹਿ ਰਿਹਾ ਉਹ ਠੀਕ, ਹਰ ਵੇਲੇ ਜਿਹੜੀ ਇਹ ਹਉਮੈ ਹਉਮੈ ਹਉਮੈ, ਮੈਂ ਜਾਣਦਾ, ਮੈਂ ਕਰ ਸਕਦਾ, ਮਹਾਰਾਜ ਕਹਿੰਦੇ ਇਹੀ ਤੁਹਾਡੇ ਰਸਤੇ ਵਿੱਚ ਰੁਕਾਵਟ ਬਣੀ ਹੋਈ ਹੈ। ਇਹੀ ਤੁਹਾਡੀ ਸਮਝ ਜਿਹੜੀ ਹੈ, ਤੁਹਾਡੀ ਮਨੋ ਅਵਸਥੀ ਤੁਹਾਨੂੰ ਗਿਲੇ ਸ਼ਿਕਵਿਆਂ ਵਿੱਚ ਲੈ ਕੇ ਜਾਂਦੀ ਹੈ। ਘਰ ਦੇ ਵਿੱਚ ਵੀ ਇਹੀ ਕਲੇਸ਼ ਪਾਉਨੇ ਹੋ ਤੁਸੀਂ। ਇੱਕ ਦੂਜੇ ਦੇ ਪ੍ਰਤੀ ਗਿਲੇ ਸ਼ਿਕਵੇ ਕਿਉਂ ਬਣਦੇ ਨੇ? ਮੈਂ ਜਿਹੜੀ ਗੱਲ ਕਹਿ ਰਿਹਾ ਇਹਨੂੰ ਸਮਝ ਹੀ ਨਹੀਂ ਆਉਂਦੀ, ਅੱਗੋਂ ਉਹ ਵੀ ਇਹੀ ਕਹਿੰਦਾ ਵੀ ਜਿਹੜੀ ਗੱਲ ਮੈਂ ਕਹਿੰਦੀ ਆ ਇਹਨੂੰ ਨਹੀਂ ਸਮਝ ਆਉਂਦੀ, ਤੇ ਰਿਸ਼ਤੇ ਤੋੜ ਵਿਛੋੜਿਆਂ ਤੱਕ ਪਹੁੰਚਦੇ। ਇਹੀ ਗੱਲ ਸੰਸਾਰ ਦੇ ਵਿੱਚ ਹੈ। ਆਪਸ ਵਿੱਚ ਹੀ ਜੇ ਅੱਜ ਲੜਾਈਆਂ ਝਗੜੇ ਕਤਲੋ ਗਾਰਤ ਈਰਖਾ ਦਵੈਸ਼ ਨਫ਼ਰਤ ਹੈ, ਅਸੀਂ ਆਪੋ ਆਪਣੀ ਸਮਝ ਦੂਜੇ ਦੀ ਸਮਝ ਦੇ ਉੱਤੇ ਥੋਪਣਾ ਚਾਹੁੰਦੇ ਆ। ਸਾਨੂੰ ਆਪਣੀ ਸਮਝ ਦਾ ਇੰਨਾ ਮਾਣ ਹੈ ਕਿ ਸਮਝ ਮੇਰੇ ਤੋਂ ਸ਼ੁਰੂ ਹੋ ਕੇ ਮੇਰੇ ਤੇ ਮੁੱਕ ਜਾਂਦੀ ਹੈ, ਤੇ ਦੂਸਰਾ ਵੀ ਇਹੀ ਕਹਿ ਰਿਹਾ। ਫਿਰ ਮਹਾਰਾਜ ਕਹਿੰਦੇ ਜਦੋਂ ਤੁਹਾਡੀਆਂ ਇਸ ਤਰ੍ਹਾਂ ਦੀਆਂ ਸਮਝਾਂ ਟਕਰਾਉਂਦੀਆਂ ਨੇ, ਉਸ ਟਕਰਾਓ ਵਿੱਚੋਂ ਆਨੰਦਮਈ ਨਤੀਜੇ ਤੇ ਨਹੀਂ ਨਿਕਲ ਸਕਣੇ ਕਦੀ। ਇਸ ਹੰਕਾਰ ਭਰੀ ਬਿਰਤੀ ਵਿੱਚੋਂ ਝਗੜੇ ਕਲੇਸ਼ ਨਿਕਲਣਗੇ, ਆਦੀਆਂ ਉਪਾਦੀਆਂ ਵਿਆਦੀਆਂ ਨਿਕਲਣਗੀਆਂ, ਤੇ ਉਹਦੇ ਵਿੱਚੋਂ ਸਰੀਰ ਕਰਕੇ ਵੀ ਤੁਹਾਡਾ ਮਲੀਆ ਮੇਟ ਹੋਏਗਾ। ਸਰੀਰ ਕਰਕੇ ਨਾ ਵੀ ਹੋਵੇ, ਘੱਟੋ ਘੱਟ ਤੁਹਾਡਾ ਆਨੰਦ ਤੇ ਨਹੀਂ ਰਹੇਗਾ। ਤੁਹਾਡੀ ਅੰਦਰ ਦੀ ਸ਼ਾਂਤੀ ਦਾ ਸਹਿਜ ਦਾ ਤੇ ਮਲੀਆ ਮੇਟ ਹੋਵੇਗਾ। ਇਹੀ ਗੱਲ ਗੁਰੂਦੇਵ ਕਹਿੰਦੇ ਵਾਹਿਗੁਰੂ ਜੀ ਦੇ ਸੰਬੰਧ ਵਿੱਚ ਹੈ। ਤੁਸੀਂ ਜਿੰਨੇ ਮਰਜ਼ੀ ਗਿਲੇ ਸ਼ਿਕਵੇ ਕਰੀ ਜਾਓ, ਵਾਹਿਗੁਰੂ ਜੀ ਨੇ ਇਹ ਕਿਉਂ ਕੀਤਾ, ਉਹ ਕਿਉਂ ਕੀਤਾ, ਮੈਂ ਨਹੀਂ ਮੰਨਦਾ ਇਹ ਜੇ ਵਾਹਿਗੁਰੂ ਨੂੰ, ਜਿਹੜਾ ਵਾਹਿਗੁਰੂ ਇਸ ਤਰ੍ਹਾਂ ਕਰਦਾ, ਜਿਹੜਾ ਵਾਹਿਗੁਰੂ ਇਸ ਤਰ੍ਹਾਂ ਕਰਦਾ, ਜਿਹੜਾ ਵਾਹਿਗੁਰੂ ਇਸ ਤਰ੍ਹਾਂ ਕਰਦਾ। ਰੋਜ਼ ਇਹੀ ਗੱਲਾਂ ਸੁਣੀਆਂ ਜਾਂਦੀਆਂ। ਮਹਾਰਾਜ ਕਹਿੰਦੇ ਕਰੀ ਜਾਓ। ਗੁਰੂ ਅਮਰਦਾਸ ਸਾਹਿਬ ਕਹਿੰਦੇ ਇੱਕ ਗੱਲ ਯਾਦ ਰੱਖਿਓ ਕਿ ਵਾਹਿਗੁਰੂ ਦੀ ਸਰਬ ਸ਼ਕਤੀ ਮਾਨਤਾ ਨੂੰ ਵੰਗਾਰਿਆ ਨਹੀਂ ਜਾ ਸਕਦਾ। ਵਾਹਿਗੁਰੂ ਦੀ ਸ਼ਕਤੀ ਨੂੰ ਉਹਦੇ ਨਾਲ ਆਡਾ ਨਹੀਂ ਲਿਆ ਜਾ ਸਕਦਾ। ਤੁਸੀਂ ਉਹ ਤੋਂ ਬੇਮੁਖ ਹੋ ਸਕਦੇ ਹੋ, ਪਰ ਉਹਦੇ ਕੀਤੇ ਨੂੰ ਉਲਟਾ ਨਹੀਂ ਸਕਦੇ। ਉਹਦੇ ਤੇ ਗਿਲੇ ਸ਼ਿਕਵੇ ਕਰ ਸਕਦੇ ਹੋ, ਪਰ ਗਿਲੇ ਸ਼ਿਕਵੇ ਕਰਦਿਆਂ ਵੀ ਤੁਹਾਡੀ ਮਰਜ਼ੀ ਅਨੁਸਾਰ ਕੁਝ ਨਹੀਂ ਹੋਣਾ। ਹੋਣਾ ਉਹੀ ਕੁਛ ਹੈ ਜੋ ਕੁਛ ਕਰਨਾ ਸੋ ਕਰ ਰਿਹਾ, ਜੋ ਉਹਨੂੰ ਚੰਗਾ ਲੱਗਦਾ ਹੈ, ਜਿਹਨੂੰ ਅਸੀਂ ਆਮ ਸੰਸਾਰੀ ਭਾਸ਼ਾ ਵਿੱਚ ਕਹਿੰਦੇ ਆ ਡਾਢੇ ਦਾ ਸਤੀ 20 ਜਿਹੜੇ ਇਸ ਸੰਸਾਰ ਵਿੱਚ ਵੀ ਤਾਕਤਵਰ ਨੇ, ਭਾਵੇਂ ਉਹ ਗਲਤ ਤੋਂ ਗਲਤ ਵੀ ਕਰਨ, ਤਾਂ ਵੀ ਕਮਜ਼ੋਰ ਨੂੰ ਉਹਦੇ ਅੱਗੇ ਝੁਕਣਾ ਪੈਂਦਾ ਹੈ। ਹਾਲਾਂਕਿ ਉੱਥੇ ਇੱਕ ਬੇਗਾਨਾਪਣ ਹੈ, ਉੱਥੇ ਇੱਕ ਸੰਸਾਰੀ ਹਾਕਮ ਦੇ ਅੰਦਰ ਹਉਮੈ ਹੈ, ਸੰਸਾਰੀ ਬਿਰਤੀਆਂ ਕਰਕੇ ਬੇਸੰਜਮਾਪਣ ਹੈ। ਲੇਕਿਨ ਇੱਥੇ ਜਿਹੜੀ ਕਰਤਾ ਪੁਰਖ ਵਾਹਿਗੁਰੂ ਜੀ ਦੀ ਸਰਬ ਸ਼ਕਤੀ ਮਾਨਤਾ ਹੈ, ਉਹ ਉਦਾਂ ਦੀ ਨਹੀਂ ਹੈ ਜਿੱਦਾਂ ਦੀ ਇੱਥੇ ਕਿਸੇ ਸੰਸਾਰੀ ਹਾਕਮ ਦੀ ਹੈ। ਸੰਸਾਰੀ ਹਾਕਮ ਦੇ ਵਿੱਚ ਤੇ ਸਿਰਫ ਆਪਣੀ ਖੁਦਗਰਜ਼ੀ, ਆਪਣੀ ਖੁਸ਼ੀ, ਆਪਣਾ ਸੁੱਖ ਹੈ, ਆਪਣੀ ਮਰਜ਼ੀ ਹੈ। ਲੇਕਿਨ ਕਰਤਾ ਪੁਰਖ ਵਾਹਿਗੁਰੂ ਜੀ ਦੀ ਹਸਤੀ ਇਸ ਤਰ੍ਹਾਂ ਦੀ ਨਹੀਂ ਹੈ। ਇੱਕ ਤਾਂ ਇਹ ਹੈ ਕਿ ਅਸੀਂ ਉਹਦੇ ਸਾਜੇ ਹੋਏ ਹਾਂ, ਉਹਦਾ ਹੀ ਰੂਪ ਹਾਂ, ਉਹਦੀ ਅੰਸ਼ ਹਾਂ। ਇਸ ਕਰਕੇ ਵਾਹਿਗੁਰੂ ਜੀ ਵਿੱਚ ਸਾਡੇ ਪ੍ਰਤੀ ਬੇਗਾਨਾਪਣ ਨਹੀਂ ਹੈ।
ਕਿ ਸਾਨੂੰ ਵੱਖਰੇ ਕਰਕੇ ਸੁੱਟ ਕੇ ਸਾਨੂੰ ਰੋਂਦਿਆਂ ਧੋਂਦਿਆਂ ਦੇਖਣ ਵਿੱਚ ਉਹਨੂੰ ਖੁਸ਼ੀ ਮਿਲ ਰਹੀ ਹੈ। ਮੈਨੂੰ ਕੀ ਲੈਣਾ, ਇਹ ਜੋ ਕੁਝ ਹੁੰਦਾ ਪਿਆ ਹੋਈ ਜਾਣ ਦੇ। ਇਸ ਤਰ੍ਹਾਂ ਦਾ ਨਹੀਂ ਹੈ ਵਾਹਿਗੁਰੂ ਜੀ ਦਾ ਹੁਕਮ, ਇਸ ਤਰ੍ਹਾਂ ਦੀ ਨਹੀਂ ਹੈ ਵਾਹਿਗੁਰੂ ਜੀ ਦੀ ਰਜ਼ਾ। ਉਹ ਤੇ ਸਾਨੂੰ ਆਪਣਾ ਜਾਣ ਕੇ ਆਪਣੇ ਪ੍ਰਸਾਦ ਦਾ, ਆਪਣੀ ਕਿਰਪਾ ਦਾ ਪਾਤਰ ਬਣਾਉਣ ਲਈ ਹਮੇਸ਼ਾ ਹੀ ਉਤਾਵਲੇ ਨੇ। ਉਹ ਤਾਂ ਉਹਦੇ ਪਿਆਰ ਵਿੱਚ ਕੋਈ ਜੀਣਾ ਸਿੱਖ ਲੈ ਸਹੀ, ਉਹਦੇ ਪਿਆਰ ਵਿੱਚ ਮਹਾਰਾਜ ਕਹਿੰਦੇ ਇੱਕ ਤਿਲ ਜਿੰਨੀ ਵੀ ਕੋਈ ਘਾਲਣਾ ਉਹਦੇ ਪਿਆਰ ਨੂੰ ਹਾਸਲ ਕਰਨ ਲਈ, ਪ੍ਰਸੰਨਤਾ ਨੂੰ ਹਾਸਲ ਕਰਨ ਲਈ ਘਾਲੇ ਨਾ, ਤੇ ਮਹਾਰਾਜ ਕਹਿੰਦੇ ਉਹਦੀ ਤਿਲ ਜਿੰਨੀ ਘਾਲਣਾ ਵੀ ਉਹ ਅਜਾਈ ਨਹੀਂ, ਨਜ਼ਰ ਅੰਦਾਜ਼ ਨਹੀਂ ਕਰਦੇ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹਾਂ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ। ਕੌੜਾ ਬੋਲਣਾ ਜਾਣੈ ਪੂਰਨ ਭਗਵਾਨ ਹੈ, ਔਗਣ ਕੋ ਨਾ ਚਿਤਾ। ਪਤਿਤ ਪਾਵਨ ਹਰ ਬਿਰਦ ਸਦਾਈ, ਇੱਕ ਤਿਲ ਨਹੀਂ ਭੰਨੈ ਕਾਲੈ। ਉਹ ਤੇ ਪਤਤਾ ਨੂੰ ਪਾਵਨ ਕਰਨ ਵਾਲਾ ਹੈ, ਮੈਲਿਆਂ ਨੂੰ ਨਿਰਮਲ ਕਰਨ ਵਾਲਾ ਹੈ, ਜਿਹੜਿਆਂ ਦੇ ਅੰਦਰ ਬੇਗਾਨਾਪਣ ਵੀ ਹੈ, ਜਿਹੜੇ ਰੱਬ ਦੀ ਹੋਂਦ ਤੋਂ ਵੀ ਮੁਨਕਰ ਨੇ। ਮਹਾਰਾਜ ਕਹਿੰਦੇ ਉਹ ਤੇ ਉਹਨਾਂ ਨੂੰ ਵੀ ਪਾਲਣ ਵਾਲਾ ਹੈ, ਉਹਨਾਂ ਨੂੰ ਵੀ ਸਵਾਸ ਦੇ ਕੇ, ਉਹਨਾਂ ਨੂੰ ਦਾਤਾਂ ਦੇ ਕੇ ਪ੍ਰਸੰਨ ਕਰਨ ਵਾਲਾ ਹੈ। ਉਸ ਦੀ ਆਪਣਤ ਨੂੰ, ਉਹਦੇ ਆਪਣੇਪਣ ਨੂੰ, ਉਹਦੀ ਬਖਸ਼ਿਸ਼ ਨੂੰ ਸਮਝੋ। ਉਹਦੇ ਨਾਲ ਆਪਣਿਆਂ ਵਾਲਾ ਰਿਸ਼ਤਾ ਬਣਾਓਗੇ ਤੇ ਤੁਹਾਡੇ ਅੰਦਰ ਇਹ ਜਿਹੜੀ ਮੈਂ ਦੀ ਬੇਸਮਝੀ ਵਾਲੀ ਬਿਰਤੀ ਬਣੀ ਹੋਈ ਆ ਨਾ, ਇਹ ਖਤਮ ਹੋ ਜਾਏਗੀ। ਇਹੀ ਗੱਲ ਗੁਰੂ ਨਾਨਕ ਸਾਹਿਬ ਜੀ ਨੇ ਜਪਜੀ ਸਾਹਿਬ ਦੇ ਰਾਹੀਂ ਸਾਨੂੰ ਸਮਝਾਈ ਹੈ ਨਾ। ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹੈ ਨਾ ਕੋਏ। ਅੱਜ ਹੁਕਮ ਤੇ ਹਉਮੈ ਦੇ ਵਿੱਚ ਟਕਰਾਓ ਬਣ ਗਿਆ ਹੋਇਆ। ਮਹਾਰਾਜ ਕਹਿੰਦੇ ਇਹ ਹੁਕਮ ਤੇ ਹਉਮੈ ਦਾ ਟਕਰਾਓ ਹੀ ਜਿਹੜਾ ਤੁਹਾਡੇ ਆਨੰਦ ਦੇ ਰਸਤੇ ਵਿੱਚ ਰੁਕਾਵਟ ਹੈ। ਇਸ ਹਉਮੈ ਨੂੰ ਜਿਹੜੀ ਪਾਈ ਵਾਹਿਗੁਰੂ ਜੀ ਨਹੀਂ ਹੈ, ਇਸ ਨੂੰ ਸਮਝੋ ਤੇ ਇਸ ਨੂੰ ਸਮਝ ਕੇ ਇਹਦੇ ਵਿੱਚੋਂ ਨਿਕਲਣ ਵਾਲੇ, ਚਿੰਤਾਤੁਰ ਕਰਨ ਵਾਲੇ ਨਤੀਜਿਆਂ ਤੋਂ ਬਚਣ ਲਈ ਇਸ ਹਉਮੈ ਨੂੰ ਹਉ ਤੇਰਾ ਤੂੰ ਹਮਾਰਾ, ਹਉ ਤੇਰਾ ਤੂੰ ਹਮਾਰਾ ਦੀ ਬਿਰਤੀ ਵਿੱਚ ਲਿਆਓ। ਮੈਂ ਨਾਹੀਂ ਪ੍ਰਭ ਸਭ ਕਿਛ ਤੇਰਾ, ਈਗੈ ਨਿਰਗੁਣ ਉਗੈ ਸਰਗੁਣ, ਕੇਲ ਕਰਤ ਵਿੱਚ ਸੁਆਮੀ ਮੇਰਾ। ਇਹ ਗੁਰੂ ਕੋਲੋਂ ਸਿੱਖੀਏ ਕਿ ਆਪਣੀ ਮੈਂ ਨੂੰ ਤੂੰ ਦੇ ਵਿੱਚ ਕਿਵੇਂ ਬਦਲਣਾ ਹੈ। ਮਹਾਰਾਜ ਕਹਿੰਦੇ ਜੇ ਤੇ ਇਹ ਕਰਨਾ ਸਿੱਖ ਲੈ, ਫਿਰ ਤੇ ਤੁਹਾਡਾ ਮੁਖ ਗੁਰੂ ਵੱਲ ਤੇ ਤੁਸੀਂ ਗੁਰਮੁਖ ਹੋ ਗਏ ਤੇ ਗੁਰੂ ਅਮਰਦਾਸ ਸਾਹਿਬ ਜੀ ਵਾਂਗ ਗੁਰੂ ਦੇ ਸਿੱਖ ਬਣ ਕੇ ਵਾਹਿਗੁਰੂ ਜੀ ਦੀ ਕਿਰਪਾ ਦੇ ਪਾਤਰ ਬਣ ਜਾਓ। ਪਹਿਲਾਂ ਗੁਰੂ ਦਾ ਪ੍ਰਸਾਦ ਮਿਲਿਆ ਬਾਬਾ ਅਮਰਦਾਸ ਜੀ ਨੂੰ, ਇੰਨੀ ਪ੍ਰਸਾਦ ਦੀ ਬਖਸ਼ਿਸ਼ ਦੀ, ਪ੍ਰਸੰਨਤਾ ਦੀ ਬਖਸ਼ਿਸ਼ ਉਹਨਾਂ ਦੀ ਝੋਲੀ ਪਈ ਕਿ ਗੁਰੂ ਨੇ ਉਹਨਾਂ ਦੀ ਘਾਲਣਾ ਅੱਗੇ ਮੱਥਾ ਟੇਕਿਆ, ਨਿਥਾਵਿਆਂ ਦਾ ਥਾਮ ਬਣਾ ਕੇ ਆਪ ਨਮਸਕਾਰ ਕਰਕੇ ਗੁਰਤਾ ਗੱਦੀ ਦੀ ਬਖਸ਼ਿਸ਼ ਕਰ ਦਿੱਤੀ। ਤੇ ਫਿਰ ਗੁਰੂ ਅਮਰਦਾਸ ਸਾਹਿਬ ਵਾਹਿਗੁਰੂ ਜੀ ਦੀ ਕਿਰਪਾ ਨਾਲ ਦੂਜਿਆਂ ਨੂੰ ਗੁਰੂ ਦੇ ਪ੍ਰਸਾਦ ਦੇ ਪਾਤਰ ਬਣਾਉਣ ਦੇ ਸਮਰੱਥ ਹੋ ਗਏ। ਹੁਣ ਮਹਾਰਾਜ ਕਹਿੰਦੇ ਜਿੰਨੇ ਤੁਸੀਂ ਆਏ ਹੋ ਸਾਰੇ ਜਾਣੇ ਮੇਰੇ ਸਮੇਤ, ਆਪਾਂ ਸਾਰਿਆਂ ਦੇ ਲਈ ਮਹਾਰਾਜ ਕਹਿੰਦੇ ਭਲਾ ਇਸ ਗੱਲ ਵਿੱਚ ਹੈ ਕਿ ਜਿਵੇਂ ਮੈਂ ਕਮਾਈ ਕੀਤੀ ਗੁਰੂ ਦੇ ਉਪਦੇਸ਼ ਦੀ, ਤੁਸੀਂ ਵੀ ਉਹ ਕਰੋ, ਉਹਦੇ ਲਈ ਚਾਹੋ ਪੈਦਾ ਕਰੋ। ਇਹ ਸਤਸੰਗ ਤੁਹਾਨੂੰ ਮੈਂ ਇਸੇ ਕਰਕੇ ਦਿੱਤਾ ਕਿ ਇੱਥੇ ਬੈਠ ਕੇ ਬਾਣੀ ਦਾ ਪਠਨ ਪਾਠਨ, ਬਾਣੀ ਦਾ ਕੀਰਤਨ, ਬਾਣੀ ਦੀ ਵਿਚਾਰ ਕਰਦਿਆਂ ਕਰਦਿਆਂ ਇਸ ਬਾਣੀ ਦੇ ਅੰਦਰ ਸਤਿਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਿਗੁਰ ਮਾਹੇ ਸਮਾਨਾਂ ਦਾ ਸੱਚ ਆਪਣੇ ਅੰਦਰ ਪ੍ਰਗਟ ਕਰ ਲਓ। ਤੁਹਾਡੇ ਵਿੱਚ ਤੇ ਸਤਿਗੁਰੂ ਵਿੱਚ ਕੋਈ ਫਰਕ ਨਾ ਰਹਿ ਜਾਏ। ਜਿਵੇਂ ਗੁਰੂ ਅਮਰਦਾਸ ਸਾਹਿਬ ਕਹਿੰਦੇ ਮੇਰੇ ਵਿੱਚ ਤੇ ਮੇਰੇ ਸਤਿਗੁਰੂ ਵਿੱਚ ਕੋਈ ਫਰਕ ਨਹੀਂ ਰਿਹਾ। ਮੈਨੂੰ ਗੁਰੂ ਕੋਲੋਂ ਵੀ ਸ਼ਾਬਾਸ਼ ਮਿਲੀ ਤੇ ਗੁਰੂ ਨੇ ਜਦੋਂ ਮੈਨੂੰ ਵਾਹਿਗੁਰੂ ਜੀ ਦੇ ਭਾਣਾ ਮੰਨਣ ਦੀ ਸਮਤ ਦੇਤੀ ਤੇ ਮੈਨੂੰ ਵਾਹਿਗੁਰੂ ਕੋਲੋਂ ਵੀ ਸ਼ਾਬਾਸ਼ ਮਿਲੀ, ਤੁਹਾਨੂੰ ਵੀ ਮਿਲੇਗੀ। ਬਸ ਮਨਮੁਖ ਤੋਂ ਗੁਰਮੁਖ ਦੀ ਬਿਰਤੀ ਵਿੱਚ ਆਉਣ ਦੇ ਲਈ ਰੋਜ਼ ਅਰਦਾਸਾਂ ਬੇਨਤੀਆਂ ਕਰਿਆ ਕਰੋ। ਹੁਣ ਦੇਖੋ ਤੁਸੀਂ ਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਦਾ ਇੱਕ ਪਾਵਨ ਬਚਨ, ਮਹਾਰਾਜ ਕਹਿੰਦੇ ਪਹਿਲੀ ਗੱਲ ਤਾਂ ਇਹ ਕਿ ਗੁਰੂ ਦੇ ਅੱਗੇ ਹੁਕਮ ਨਹੀਂ ਚੱਲਦਾ, ਗੁਰੂ ਅੱਗੇ ਬੇਨਤੀਆਂ ਅਰਦਾਸਾਂ ਕਰਨੀਆਂ ਪੈਂਦੀਆਂ ਨੇ। ਇਸ ਮਤ ਜ਼ੋਰ ਨਾਲ ਨਹੀਂ ਮਿਲਦੀ, ਆਪਣੀਆਂ ਚਤੁਰਾਈਆਂ ਕਰਮਕਾਂਡੀ ਬਿਰਤੀਆਂ ਨਾਲ ਨਹੀਂ ਮਿਲਦੀ, ਬਾਹਰਲੇ ਫੋਕੇ ਦਿਖਾਵਿਆਂ ਨਾਲ ਨਹੀਂ ਮਿਲਦੀ, ਇਹ ਮਿਲਦੀ ਹੈ ਅਰਦਾਸ ਨਾਲ।
ਪਰ ਅਰਦਾਸ ਦੇ ਬਾਰੇ ਵੀ ਇੱਕ ਬੜੀ ਰਮਜ਼ ਭਰੀ ਗੱਲ ਸਤਿਗੁਰੂ ਆਖਦੇ, ਕਹਿੰਦੇ ਅਰਦਾਸ ਤੁਸੀਂ ਕਰ ਲਈ, ਇਹੀ ਕਰਨ ਜੋਗੇ ਸੀ ਆਪਾਂ, ਪਰ ਅਰਦਾਸ ਗੁਰੂ ਨੂੰ ਪਾਉਂਦੀ ਹੈ ਨਹੀਂ ਪਾਉਂਦੀ, ਉਹਨੇ ਪ੍ਰਵਾਨ ਕਰਨੀ ਨਹੀਂ ਕਰਨੀ, ਇਹਦੇ ਉੱਤੇ ਵੀ ਤੁਹਾਡਾ ਜ਼ੋਰ ਨਹੀਂ ਚੱਲਣਾ ਕਿ ਮੈਂ ਤੇ ਮਹਾਰਾਜ ਇੰਨੀਆਂ ਅਰਦਾਸਾਂ ਕੀਤੀਆਂ ਤੁਸੀਂ ਪ੍ਰਵਾਨ ਨਹੀਂ ਕੀਤੀਆਂ। ਸਾਹਿਬ ਕਹਿੰਦੇ ਮਰਜ਼ੀ ਨਹੀਂ, ਬਸ ਅਰਦਾਸਾਂ ਕਰੀ ਜਾਓ, ਉਡੀਕੀ ਜਾਓ, ਬੇਨਤੀਆਂ ਕਰੀ ਜਾਓ, ਉਡੀਕੀ ਜਾਓ, ਆਖੀ ਜਾਓ। ਕੀ ਆਖਣਾ? ਇੱਕ ਨਾਨਕ ਕੀ ਅਰਦਾਸ ਜੇ ਤੁਧ ਭਾਵ ਸੀ। ਮੈਂ ਤੇ ਅਰਦਾਸ ਹੀ ਕਰਨ ਜੋਗਾ ਪਾਤਸ਼ਾਹ, ਪਰ ਮੇਰੀ ਅਰਦਾਸ ਵੀ ਉਦੋਂ ਹੀ ਪ੍ਰਵਾਨ ਹੋਣੀ ਹੈ ਜਦੋਂ ਤੁਹਾਨੂੰ ਪਾਏਗੀ। ਇੱਕ ਨਾਨਕ ਕੀ ਅਰਦਾਸ ਜੇ ਤੁਧ ਭਾਵ ਸੀ, ਮੈਂ ਦੀਜੈ ਨਾਮ ਨਿਵਾਸ ਹਰ ਗੁਣ ਗਾਵਸੀ। ਮੈਂ ਤੇ ਤਰਲਾ ਹੀ ਲੈ ਸਕਦਾ ਪਾਤਸ਼ਾਹ, ਮੇਰੇ ਤਰਲਿਆਂ ਨੂੰ ਧਿਆਨ ਤੁਸੀਂ ਦੇਣਾ, ਮੇਰੇ ਤਰਲਿਆਂ ਨੂੰ ਵੀ ਪ੍ਰਵਾਨ ਤੁਸੀਂ ਕਰਨਾ, ਉਹਦੇ ਵਿੱਚ ਵੀ ਤੁਹਾਡਾ ਹੀ ਹੁਕਮ, ਤੁਹਾਡੀ ਰਜ਼ਾ, ਤੁਹਾਡਾ ਹੀ ਭਾਣਾ ਕੰਮ ਕਰਨਾ ਹੈ, ਮੇਰੀ ਮਰਜ਼ੀ ਨਹੀਂ। ਸਾਹਿਬ ਕਹਿੰਦੇ ਇਹ ਜਿਹੜੀ ਗੁਰਮੁਖਤਾਈ ਦੀ ਅਵਸਥਾ ਹੈ, ਜਿਹਨੂੰ ਪ੍ਰਾਪਤ ਹੋ ਜਾਂਦੀ ਹੈ, ਭਾਣੇ ਵਿੱਚ ਕੋ ਵਿਰਲਾ ਆਇਆ, ਇਸ ਤਰ੍ਹਾਂ ਕੋਈ ਵਿਰਲਾ ਇੱਥੇ ਆ ਕੇ ਜਦੋਂ ਗੁਰੂ ਦੇ ਸਨਮੁਖ ਆਪਣੇ ਆਪ ਨੂੰ ਸੰਪੂਰਨ ਸਮਰਪਿਤ ਕਰਦਾ ਹੈ, ਤਾਂ ਉਹਦੇ ਵਿੱਚੋਂ ਉਸ ਨੂੰ ਗੁਰੂ ਦੇ ਪ੍ਰਸਾਦ ਰਾਹੀਂ ਨਾਮ ਮਿਲਦਾ ਹੈ, ਨਾਮ ਜਪਣ ਦਾ ਗਿਆਨ ਮਿਲਦਾ ਹੈ, ਵਾਹਿਗੁਰੂ ਜੀ ਦੇ ਹੁਕਮ ਵਿੱਚ, ਰਜ਼ਾ ਵਿੱਚ ਰਾਜ਼ੀ ਰਹਿਣ ਦੀ ਸੁਮਤ ਮਿਲਦੀ ਹੈ, ਸਮਰੱਥਾ ਮਿਲਦੀ ਹੈ, ਤੇ ਉਹ ਪ੍ਰਵਾਨ ਚੜ ਜਾਂਦਾ ਹੈ। ਨਹੀਂ ਤੇ ਮਹਾਰਾਜ ਕਹਿੰਦੇ ਜੇ ਆਈ ਵੀ ਜਾਓਗੇ, ਗੁਰੂ ਦੀ ਗੱਲ ਸੁਣੀ ਵੀ ਜਾਓਗੇ, ਪੜ੍ਹੀ ਵੀ ਜਾਓਗੇ, ਗਾਈ ਵੀ ਜਾਓਗੇ, ਵਿਚਾਰੀ ਵੀ ਜਾਓਗੇ, ਮੰਨੀ ਨਹੀਂ ਤਾਂ ਦਾਤਾਰ ਪਾਤਸ਼ਾਹ ਕਹਿੰਦੇ ਗੱਲ ਨਹੀਂ ਬਣਨੀ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੈ। ਇਹ ਚੋਟਾਂ ਬਣੀਆਂ ਰਹਿਣੀਆਂ ਨੇ, ਪੜ੍ਹ ਲੈਣਾ, ਸੁਣ ਲੈਣਾ, ਗਾ ਲੈਣਾ, ਵਿਚਾਰ ਲੈਣਾ, ਇੱਥੇ ਤੱਕ ਗੱਲ ਸੀਮਤ ਨਹੀਂ, ਇਹ ਕਰਨੀ ਹੈ, ਪਰ ਇਸ ਤੋਂ ਅੱਗੇ ਫੇਰ ਚੱਲਣਾ ਹੈ। ਸੁਣਿਆ, ਮੰਨਿਆ, ਮਨ ਕੀਤਾ ਭਾਓ, ਇਹ ਤੇ ਪਿਆਰ ਲਾਉਣਾ ਹੈ, ਇਹ ਤੇ ਸ਼ੰਕਾ ਨਹੀਂ ਕਰਨਾ, ਇਹ ਤੇ ਵਾਦ ਵਿਵਾਦ ਨਹੀਂ ਛੇੜਨੇ, ਸੰਵਾਦ ਕਰੋ, ਵਿਚਾਰ ਕਰੋ, ਪਰ ਵਿਚਾਰ ਕਰਦਿਆਂ ਰਸ ਲਓ, ਤੇ ਇਸ ਰਸ ਨੂੰ ਪਿਆਰ ਨਾਲ ਮਾਣੋ, ਤੇ ਮੰਨਦਿਆਂ ਇਹਨੂੰ ਮੰਨਣ ਵਾਲੀ ਅਵਸਥਾ ਵਿੱਚ ਆ ਜਾਓ। ਜਦੋਂ ਮੰਨ ਲਓਗੇ ਪ੍ਰਵਾਨ ਚੜ ਜਾਓਗੇ। ਨਹੀਂ ਤੇ ਮਹਾਰਾਜ ਕਹਿੰਦੇ ਮਨਮੁਖ ਅੰਧ ਕਰੇ ਚਤੁਰਾਈ, ਭਾਣਾ ਨਾ ਮੰਨੇ ਬਹੁਤ ਦੁੱਖ ਪਾਈ। ਯਾਦ ਰੱਖਿਓ, ਮਹਾਰਾਜ ਕਹਿੰਦੇ ਜਿੰਨਾ ਚਿਰ ਤੱਕ ਮਨ ਵੱਲ ਮੁਖ ਕਰਕੇ ਰੱਖੋਗੇ, ਆਪਣਾ ਧਿਆਨ ਮਨ ਦੀ ਸਮਝ ਵੱਲ, ਮਨ ਦੀ ਬਿਰਤੀ ਵੱਲ ਬਣਾ ਕੇ ਰੱਖੋਗੇ, ਉਹਨਾਂ ਚਿਰ ਤੱਕ ਗੁਰੂ ਦੀ ਮੱਤ ਨੂੰ ਪ੍ਰਵਾਨ ਕਰਨ ਦਾ ਅੰਦਰ ਸੁਭਾਅ ਨਹੀਂ ਬਣਨਾ। ਕਿਉਂਕਿ ਮਨ ਦੇ ਵਿੱਚ ਤੇ ਅਨੇਕਾਂ ਤਰੰਗਾਂ ਉੱਠਦੀਆਂ ਨੇ, ਅਨੇਕਾਂ ਖੰਡਾਓ ਵਾਲੇ, ਰੰਗ ਤਮਾਸ਼ਿਆਂ ਵਾਲੇ ਬਾਰ-ਬਾਰ ਖਿਆਲ ਫੁਰਨੇ ਆਉਂਦੇ ਰਹਿੰਦੇ ਨੇ। ਮੈਂ ਦੀ ਬਿਰਤੀ ਮਨ ਦੇ ਉੱਤੇ ਇੰਨੀ ਭਾਰੂ ਰਹਿੰਦੀ ਹੈ ਕਿ ਗੁਰੂ ਕੋਲੋਂ ਹੁਕਮ ਵੀ ਮੰਗਦੇ ਆ, ਤੇ ਜਦੋਂ ਉਹ ਹੁਕਮ ਸਾਡੀ ਮਰਜ਼ੀ ਅਨੁਸਾਰ ਨਹੀਂ ਆਉਂਦਾ, ਉਤੇ ਪ੍ਰਸ਼ਨ ਚਿੰਨ੍ਹ ਵੀ ਲਾਉਨੇ ਆ। ਅੱਜ ਮਹਾਰਾਜ ਨੇ ਹੁਕਮ ਬੜਾ ਸਖਤ ਦਿੱਤਾ। ਭਾਈ ਜੀ ਨੇ ਅੱਜ ਸਾਡੇ ਇਸ ਖੁਸ਼ੀ ਦੇ ਮੌਕੇ ਤੇ ਹੁਕਮ ਠੀਕ ਨਹੀਂ ਲਿਆ। ਹੁਣ ਇਹ ਬਿਰਤੀ ਕਿੱਥੋਂ ਆਈ ਹੈ? ਮਹਾਰਾਜ ਕਹਿੰਦੇ ਇਹ ਮਨ ਦੇ ਵੱਲ ਮੁਖ ਹੋਇਆ ਤੁਹਾਡਾ, ਇਹ ਮਨਮੁਖੀ ਬਿਰਤੀ ਹੈ। ਜੇ ਗੁਰਮੁਖੀ ਬਿਰਤੀ ਹੁੰਦੀ, ਮਨ ਕੀ ਮਨ ਹੀ ਮਾਹੇ ਰਹੀ ਆ ਗਿਆ, ਤੇ ਮੈਨੂੰ ਅੱਜ ਸੱਚੇ ਪਾਤਸ਼ਾਹ ਨੇ ਆਪਣੇ ਨੇੜੇ ਕਰਨ ਦੇ ਲਈ ਬੜੀ ਬਖਸ਼ਿਸ਼ ਕੀਤੀ। ਅੱਜ ਮੈਨੂੰ ਝੰਜੋੜਿਆ, ਅੱਜ ਮੈਨੂੰ ਸੁਚੇਤ ਕੀਤਾ। ਇਹ ਮੇਰੇ ਗੁਰੂ ਦਾ ਪ੍ਰਸਾਦ ਹੈ। ਕਿਤੇ ਮੈਂ ਉਜੜੇ ਨਾ ਪੈ ਜਾਵਾਂ, ਕਿਤੇ ਬੇਸੰਜਮਾ, ਬੇਧਿਆਨਾ, ਲਾਪਰਵਾਹ ਨਾ ਹੋ ਜਾਵਾਂ। ਅੱਜ ਮੇਰੇ ਤੇ ਕਿਰਪਾ ਕੀਤੀ ਸਤਿਗੁਰੂ ਨੇ। ਵਾਹ ਪਾਤਸ਼ਾਹ, ਸ਼ੁਕਰ ਤੁਹਾਡਾ, ਅੱਜ ਮੇਰੇ ਤੇ ਏਡੀ ਕਿਰਪਾ ਕੀਤੀ। ਮੈਂ ਤੇ ਲਾਪਰਵਾਹ ਹੋ ਰਿਹਾ ਸੀ, ਬੇਧਿਆਨਾ ਹੋ ਰਿਹਾ ਸੀ, ਅੱਜ ਮੈਨੂੰ ਝੰਜੋੜਿਆ ਤੁਸੀਂ, ਬਹੁਤ ਸ਼ੁਕਰ ਤੁਹਾਡਾ। ਮਹਾਰਾਜ ਕਹਿੰਦੇ ਇਹ ਗੁਰਮੁਖੀ ਬਿਰਤੀ ਹੈ। ਜੇ ਇਹ ਬਿਰਤੀ ਨਹੀਂ ਤਾਂ ਮਹਾਰਾਜ ਕਹਿੰਦੇ ਫਿਰ ਚਤੁਰਾਈਆਂ ਜਦੋਂ ਅੰਦਰੋਂ ਨਿਕਲਣਗੀਆਂ ਨਾ ਤੁਹਾਡੇ, ਇਹ ਤੁਹਾਡੀ ਅਗਿਆਨਤਾ ਦੇ ਹਨੇਰੇ ਵਿੱਚ ਠੋਕਰਾਂ ਖਾਣ ਦਾ ਪ੍ਰਮਾਣ। ਮਨਮੁਖ ਅੰਧ ਕਰੇ ਚਤੁਰਾਈ, ਭਾਣਾ ਨਾ ਮੰਨੇ ਬਹੁਤ ਦੁੱਖ ਪਾਈ। ਦੇਖੋ ਨਾ, ਇਹੀ ਗੁਰੂ ਅਮਰਦਾਸ ਸਾਹਿਬ ਜਦੋਂ ਗੁਰੂ ਅੰਗਦ ਦੇਵ ਮਹਾਰਾਜ ਦੇ ਸਾਹਮਣੇ ਨਮਸਕਾਰ ਕਰਕੇ ਘਾਲਣਾ ਘਾਲ ਕੇ ਗੁਰਤਾ ਗੱਦੀ ਤੇ ਵਿਰਾਜਮਾਨ ਹੋ ਗਏ, ਸਾਰਿਆਂ ਨੂੰ ਗੁਰੂ ਅੰਗਦ ਦੇਵ ਮਹਾਰਾਜ ਨੇ ਆਖਿਆ ਤੁਸੀਂ ਪੈਰੀਂ ਪਾਓ ਸਾਰੇ।
ਗੁਰੂ ਅਮਰਦਾਸ ਸਾਹਿਬ ਦੇ ਅੱਗੇ। ਮੈਂ ਵੀ ਪੈਰੀਂ ਪੈ ਰਿਹਾ, ਤੁਸੀਂ ਵੀ ਪੈਰੀਂ ਪਾਓ। ਪਰ ਗੁਰੂ ਦੇ ਆਪਣੇ ਪੁੱਤਰ ਨੇ, ਦਾਤੂ ਨੇ ਨਹੀਂ ਗੱਲ ਸਮਝੀ, ਭਰੇ ਦਰਬਾਰ ਵਿੱਚ ਲੱਤ ਮਾਰੀ। ਹੁਣ ਇਹ ਮਨਮੁਖੀ ਬਿਰਤੀ ਦਾ ਕੀ ਸਮਝਦੇ ਹਾਂ ਅਸੀਂ? ਉਸ ਵੇਲੇ ਦਾਤੂ ਦੇ ਅੰਦਰ ਕੀ ਚੱਲ ਰਿਹਾ ਹੋਵੇਗਾ? ਕਿੰਨਾ ਕੁ ਹੰਕਾਰ ਹੋਵੇਗਾ, ਕਿੰਨਾ ਕੁ ਕ੍ਰੋਧ ਹੋਵੇਗਾ ਕਿ ਉਹਨੂੰ ਬਿਲਕੁਲ ਵੀ ਕਿਸੇ ਗੱਲ ਦੀ ਪਰਵਾਹ ਨਹੀਂ ਰਹੀ ਕਿ ਸਾਰੀ ਦੁਨੀਆ ਤੇ ਮੇਰੇ ਪਿਤਾ ਜੀ ਦੇ ਸਮੇਤ ਮੱਥੇ ਟੇਕ ਰਹੀ ਤੇ ਮੈਂ ਕੀ ਕਰ ਰਿਹਾ। ਹੁਣ ਦੂਜੇ ਪਾਸੇ ਗੁਰਮੁਖੀ ਬਿਰਤੀ ਦੇਖੋ ਤੁਸੀਂ, ਦਾਤੂਨ ਦੇ ਲੱਤ ਮਾਰਤੀ ਤੇ ਧੰਨ ਗੁਰੂ ਅਮਰਦਾਸ ਸਾਹਿਬ ਕੀ ਕਰ ਰਹੇ ਨੇ? ਇੰਨੀ ਨਿਮਰਤਾ, ਇੰਨਾ ਆਪਣੇ ਆਪ ਨੂੰ ਮਿਟਾ ਲਿਆ। ਇਤਿਹਾਸ ਕੀ ਕਹਿਣਾ ਸਾਨੂੰ ਕਿ ਦਾਤੂ ਦੇ ਪੈਰ ਪਕੜ ਕੇ ਗੁਰੂ ਅਮਰਦਾਸ ਸਾਹਿਬ ਕਹਿੰਦੇ ਮੇਰਾ ਸਰੀਰ ਬੁੱਢਾ, ਹੱਡ ਸਖਤ, ਤੁਹਾਨੂੰ ਸੱਟ ਲੱਗ ਗਈ ਹੋਣੀ ਤੁਹਾਡੇ ਪੈਰ ਨੂੰ ਮੇਰੇ ਬੁੱਢੇ ਸਖਤ ਹੱਡਾਂ ਕਰਕੇ। ਉਸ ਵੇਲੇ ਗੁਰੂ ਅਮਰਦਾਸ ਸਾਹਿਬ ਦੀ ਕੀ ਅਵਸਥਾ ਹੋਣੀ? ਅੱਜ ਸਾਡਾ ਮਨ ਮਨੁੱਖੀ ਤੌਰ ਤੇ ਉਸ ਦ੍ਰਿਸ਼ ਨੂੰ ਸਾਹਮਣੇ ਲਿਆਉਂਦੇ ਆ। ਜਰਾ ਆਪੋ ਆਪਣੇ ਅੰਦਰ ਝਾਤੀ ਮਾਰੀਏ, ਅਸੀਂ ਕੀ ਸੋਚਦੇ ਹਾਂ? ਬਾਦਸ਼ਾਹ ਇਹ ਕਰਨ ਦੀ ਕੀ ਲੋੜ ਸੀ ਤੁਹਾਨੂੰ? ਏਡੀ ਉਹਦੀ ਜ਼ਰੂਰਤ ਪੈ ਗਈ ਤੁਹਾਡੇ ਸਾਹਮਣੇ, ਤੁਹਾਨੂੰ ਲੱਤ ਮਾਰਤੀ। ਕਿਉਂ ਨਹੀਂ ਤੁਸੀਂ ਸਿੱਖਾਂ ਨੂੰ ਉਸੇ ਵੇਲੇ ਆਖਿਆ ਫੜ ਲਓ ਇਸ ਨੂੰ? ਇਹ ਚਾਹੀਦਾ ਸੀਗਾ। ਇਹ ਗੱਲ ਕਰਨ ਦੀ ਉਹਦੀ ਜ਼ਰੂਰਤ ਕਿਵੇਂ? ਅੱਜ ਸਾਡੇ ਅੰਦਰ ਇਸ ਤਰ੍ਹਾਂ ਦੇ ਖਿਆਲ ਚੱਲਣਗੇ। ਇਹ ਕਦੀ ਨਿਮਰਤਾ ਹੈ ਜੀ? ਕੋਈ ਇਸ ਤਰ੍ਹਾਂ ਤੁਹਾਨੂੰ ਆ ਕੇ ਤੁਹਾਡੇ ਨਾਲ ਕਰ ਦੇਵੇ ਤੇ ਤੁਸੀਂ ਅੱਗੋਂ ਕੁਛ ਕਹੋ ਹੀ ਨਾ, ਸੌਂ ਕੇ ਤੁਸੀਂ ਇਸ ਤਰ੍ਹਾਂ ਕਰਨ ਲੱਗ ਜਾਓ। ਅਸੀਂ ਇਹਦੇ ਉੱਤੇ ਪ੍ਰਸ਼ਨ ਚਿੰਨ੍ਹ ਉਠਾਉਂਦੇ ਆ ਕਿ ਇਦਾਂ ਨਹੀਂ ਹੋਣਾ ਚਾਹੀਦਾ। ਇਹਦਾ ਮਤਲਬ ਤੇ ਇਹ ਹੋਇਆ ਭਈ ਕੋਈ ਜਿੱਦਾਂ ਮਰਜ਼ੀ ਸਾਡੇ ਨਾਲ ਕਰੀ ਜਾਵੇ, ਅਸੀਂ ਅੱਗੋਂ ਇਹ ਤੇ ਫੋਕੀ ਨਿਮਰਤਾ ਹੈ ਜੀ, ਇਹ ਤੇ ਫੋਕਾ ਦਿਖਾਵਾ ਜੀ, 100 ਗੱਲਾਂ ਕਰਾਂਗੇ। ਇਹੀ ਕਾਰਨ ਹੈ ਕਿ ਅੱਜ ਅਸੀਂ ਆਪਣੇ ਹੀ ਸਿੱਖ ਭਰਾ ਦੀ ਗੁਰੂ ਦੇ ਸੰਬੰਧ ਵਿੱਚ ਕੀਤੀ ਹੋਈ ਗੱਲ ਨੂੰ ਵੀ ਸੁਣਨ ਨੂੰ ਤਿਆਰ ਨਹੀਂ, ਮੰਨਣਾ ਬਰਦਾਸ਼ਤ ਕਰਨਾ ਤੇ ਇੱਕ ਪਾਸੇ ਰਹੀ। ਇੱਕਦਮ ਸਿਰ ਤੋੜਨ ਵਾਲੇ ਪਾਸੇ ਤੁਰ ਪੈਨੇ ਆ, ਪੱਗੋ ਪੱਗੀ ਹੋਣ ਵਾਲੇ ਪਾਸੇ ਤੁਰ ਪੈਨੇ ਆ। ਇਹ ਫਰਕ ਸਮਝਣਾ। ਮਹਾਰਾਜ ਕਹਿੰਦੇ ਯਾਦ ਰੱਖਿਓ, ਜਿੰਨਾ ਚਿਰ ਤੱਕ ਗੁਰੂ ਦੀ ਮੱਤ ਦੇ ਸਾਹਮਣੇ ਸੰਪੂਰਨ ਸਮਰਪਣ ਨਹੀਂ ਕਰੋਗੇ, ਪਾਣਾ ਨਾ ਮੰਨੇ ਬਹੁਤ ਦੁੱਖ ਪਾਈ, ਤੁਹਾਡੇ ਜੀਵਨ ਵਿੱਚੋਂ ਦੁੱਖ ਨਹੀਂ ਨਿਕਲਣੇ। ਕਦੀ ਤੁਹਾਡੇ ਜੀਵਨ ਵਿੱਚੋਂ ਚਿੰਤਾਵਾਂ ਨੇ, ਕਲੇਸ਼ਾਂ ਨੇ, ਆਦੀਆਂ ਉਪਾਦੀਆਂ ਵਿਆਦੀਆਂ ਨੇ ਖਤਮ ਨਹੀਂ ਜੇ ਹੋਣਾ। ਭਰਮੇ ਭੂਲਾ ਆਵੇ ਜਾਏ, ਘਰ ਮਹਿਲ ਨਾ ਕਬਹੂ ਪਾਏਂਦਾ। ਯਾਦ ਰੱਖਿਓ, ਪਰਦੇਸੀ ਬਣ ਕੇ ਜੀਓਗੇ, ਭਟਕੀ ਜਾਓਗੇ ਬਾਹਰ ਬਾਹਰ। ਐਸ ਆਪਣੇ ਨਿਜ ਘਰ ਵਿੱਚ, ਹਿਰਦੇ ਦੇ ਵਿੱਚ ਅੰਦਰ ਆ ਕੇ ਆਪਣੇ ਮਹਿਲ, ਇਸ ਸਰੀਰ ਰੂਪੀ ਘਰ ਦੇ ਵਿੱਚ ਜਿਹਨੇ ਵਾਹਿਗੁਰੂ ਨੇ ਆਪਣਾ ਟਿਕਾਣਾ ਬਣਾਇਆ ਹੋਇਆ, ਉੱਥੇ ਤੱਕ ਪਹੁੰਚ ਨਹੀਂ ਬਣਾ ਸਕੋ। ਆਨੰਦ ਦਾ ਸੋਮਾ ਮਹਾਰਾਜ ਕਹਿੰਦੇ ਅੰਦਰ ਪਿਆ। ਸਭ ਕੁਛ ਘਰ ਮੈਂ ਬਾਹਰ ਨਹੀਂ, ਬਾਹਰ ਟੋਲੇ ਸੋ ਭਰਮ ਭੁਲਾਹੀ। ਭਰਮ ਭਟਕਣਾ ਦੇ ਵਿੱਚ, ਭੁਲੇਖਿਆਂ 'ਚ ਪੈ ਪੈ ਕੇ ਬਾਹਰੋਂ ਲੱਭਦੇ ਪਏ ਹੋ। ਦੁਨੀਆ ਦੇ ਮਾਣ ਤਾਣ ਵਿੱਚੋਂ, ਦੁਨੀਆ ਦੀ ਚਾਪਲੂਸੀ ਵਿੱਚੋਂ, ਦੁਨੀਆ ਦੀ ਵਾਹ-ਵਾਹ ਵਿੱਚੋਂ, ਦੁਨੀਆ ਦੀਆਂ ਮਾਣ ਪਦਵੀਆਂ ਵਿੱਚੋਂ, ਦੁਨੀਆ ਦੇ ਸੁੱਖ ਸਾਧਨਾਂ ਵਿੱਚੋਂ ਤੁਸੀਂ ਸੁੱਖ ਲੱਭਦੇ ਪਏ ਹੋ। ਇੱਥੇ ਪਿਆ ਸੁੱਖ, ਅੰਦਰ ਪਿਆ ਹੈ, ਕਿਉਂਕਿ ਸੁੱਖ ਦਾ, ਆਨੰਦ ਦਾ ਸੋਮਾ ਅੰਦਰ ਪਿਆ ਹੈ। ਮਨਮੁਖੀ ਬਿਰਤੀ ਨਾਲ ਮਹਾਰਾਜ ਕਹਿੰਦੇ ਕਦੀ ਘਰ ਵੱਲ ਨਹੀਂ ਮੁੜੋਗੇ। ਬਾਣੀ ਤੇ ਕਹਿੰਦੀ ਹੈ ਮੇਰੇ ਮਨ ਪਰਦੇਸੀ ਵੇ ਪਿਆਰੇ, ਆਓ ਘਰੇ। ਇੱਥੇ ਆ, ਮੈਂ ਇੱਥੇ ਬੈਠਾ, ਤੈਨੂੰ ਆਨੰਦ ਦੇ ਨਾਲ ਜੋੜਨ ਵਾਲਾ, ਆਨੰਦ ਦਾ ਭਾਗੀ ਬਣਾਉਣ ਵਾਲਾ ਤੇਰੇ ਅੰਦਰ ਬੈਠਾ। ਮਹਾਰਾਜ ਕਹਿੰਦੇ ਨਹੀਂ ਸੋਝੀ ਹੁੰਦੀ ਸਤਿਗੁਰ ਮੇਲੇ ਦੇ ਵਡਿਆਈ, ਸਤਿਗੁਰੂ ਕੀ ਸੇਵਾ ਤੁਰ ਫਰਮਾਈ। ਸਤਿਗੁਰ ਸੇਵੇ ਤਾਂ ਨਾਮ ਪਾਏ, ਨਾਮੇ ਹੀ ਸੁਖ ਪਾਇੰਦਾ। ਸਤਿਗੁਰੂ ਨਾਲ ਜਦੋਂ ਮਿਲ ਜਾਓਗੇ ਤਾਂ ਸਤਿਗੁਰੂ ਤੁਹਾਨੂੰ ਕਰਤਾ ਪੁਰਖ ਦੀ ਵਡਿਆਈ, ਕਰਤਾ ਪੁਰਖ ਦੀ ਸਿਫਤ ਸਲਾਹ ਝੋਲੀ ਪਾਉਣਗੇ ਤੇ ਉਹ ਸਿਫਤ ਸਲਾਹ ਜਿਹੜੀ ਹੈ ਉਹ ਤੁਹਾਨੂੰ ਵਾਹਿਗੁਰੂ ਜੀ ਨਾਲ ਮੇਲ ਮਿਲਾਪ ਦੇ ਸਮਰੱਥ ਬਣਾਏਗੀ। ਇਹ ਸਤਿਗੁਰੂ ਦੀ ਸੇਵਾ ਹੀ ਜਿਹੜੀ ਹੈ ਤੁਹਾਨੂੰ ਆਨੰਦਮਈ ਜੀਵਨ ਦਾ ਭਾਗੀ ਬਣਾ ਸਕਦੀ ਹੈ। ਇਸ ਕਰਕੇ ਸਤਿਗੁਰੂ ਦੀ ਸੇਵਾ ਭਗਤੀ ਕਰੋ। ਮਹਾਰਾਜ ਕਹਿੰਦੇ ਵਾਹਿਗੁਰੂ ਜੀ ਨੇ ਧੁਰ ਤੋਂ ਫਰਮਾਨ ਜਾਰੀ ਕੀਤਾ ਹੋਇਆ ਹੈ ਕਿ ਦੁਨੀਆ ਦੇ ਲੋਕੋ, ਕੋਈ ਵੀ ਹੋਰ ਢੰਗ, ਕੋਈ ਜੁਗਤ, ਕੋਈ ਤਰੀਕਾ ਜੀਵਨ ਨੂੰ ਆਨੰਦਮਈ ਬਣਾਉਣ ਦਾ ਨਹੀਂ ਕਾਰਗਰ ਹੋਏਗਾ।
ਇੱਕੋ ਇੱਕ ਤਰੀਕਾ ਹੈ, ਇਹ ਅਟਲ ਨਿਯਮ ਹੈ ਕਿ ਜਿਸ ਨੇ ਵੀ ਆਨੰਦ ਲੈਣਾ, ਸਦਾ ਦਾ ਸੁਖ ਲੈਣਾ, ਉਹ ਗੁਰੂ ਦੀ ਸ਼ਰਨ ਵਿੱਚ ਆਵੇ। ਇਸੇ ਕਰਕੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਨੇ ਇਹ ਬਚਨ ਕੀਤਾ ਸਾਨੂੰ ਕਿ ਸਾਰੇ ਜਾਣਾ ਧਿਆਨ ਨਾਲ ਸੁਣੋ ਇਸ ਗੱਲ ਨੂੰ ਭਾਈ। ਮੈਂ ਬਹੁਤ ਉੱਚੀ ਆਵਾਜ਼ ਵਿੱਚ ਬਾਂਹ ਉੱਚੀ ਕਰਕੇ ਕੂ ਕੂ ਕੇ ਤੁਹਾਨੂੰ ਸਾਰਿਆਂ ਨੂੰ ਕਹਿ ਰਿਹਾ, ਸੰਤੋ ਸੁਣੋ ਸੁਣੋ ਜਨ ਭਾਈ, ਗੁਰ ਕਾਢੀ ਬਾਂਹ ਕੁਕੀਜੈ। ਸਾਰੇ ਜਾਣੇ ਸੁਣੋ ਇਸ ਗੱਲ ਨੂੰ। ਜੇ ਆਤਮ ਕਉ ਸੁਖ ਸੁਖ ਨਿਤ ਲੋੜੋ, ਤਾਂ ਸਤਿਗੁਰ ਸ਼ਰਨ ਪਵੀਜੈ। ਜੇ ਸਦਾ ਦਾ ਆਤਮਕ ਸੁਖ ਚਾਹੁੰਦੇ ਹੋ ਨਾ, ਇੱਕ ਦੋ ਘੜੀਆਂ ਦਾ ਨਹੀਂ, ਸਦਾ ਦਾ ਸੁਖ ਚਾਹੁੰਦੇ ਹੋ ਤੇ ਇੱਕੋ ਕੰਮ ਕਰੋ, ਸਭ ਔੜ ਪੌੜ ਚਤੁਰਾਈਆਂ ਛੱਡ ਦਿਓ। ਜੇ ਆਤਮ ਕਉ ਸੁਖ ਸੁਖ ਨਿਤ ਲੋੜੋ, ਤਾਂ ਸਤਿਗੁਰ ਸ਼ਰਨ ਪਵੀਜੈ। ਸਤਿਗੁਰੂ ਦੀ ਸ਼ਰਨ ਵਿੱਚ ਆ ਜਾਓ। ਸਤਿਗੁਰੂ ਦੀ ਸ਼ਰਨ ਵਿੱਚ ਆ ਕੇ ਜੋ ਗੁਰ ਕਹੈ ਸੋਈ ਭਲ ਮਾਨੋ। ਹਰ ਹਰ ਕਥਾ ਨਿਰਾਲੀ। ਇਹ ਗੁਰੂ ਨੇ ਵਾਹਿਗੁਰੂ ਜੀ ਦੇ ਹੁਕਮ ਅਨੁਸਾਰ ਤੁਹਾਡੇ ਲਈ ਜੁਗਤ ਬਣਾਈ ਹੈ, ਗਾਡੀ ਰਾਹ ਬਣਾਇਆ ਗੁਰਮਤ ਦਾ। ਸਤਿਗੁਰੂ ਕੀ ਸੇਵਾ ਧੁਰ ਫਰਮਾਈ, ਸਤਿਗੁਰੂ ਸੇਵੇ ਤਾਂ ਨਾਮ ਪਾਏ, ਨਾਮੇ ਹੀ ਸੁਖ ਪਾਇੰਦਾ। ਇਹ ਪ੍ਰੋਸੈਸ ਹੈ, ਇਹ ਮਰਿਆਦਾ ਹੈ, ਇਹ ਨਿਯਮਾਵਲੀ ਹੈ। ਪਹਿਲਾਂ ਸਤਿਗੁਰੂ ਦੀ ਸੇਵਾ ਭਗਤੀ, ਸਤਿਗੁਰੂ ਦੀ ਆਗਿਆ ਦਾ ਪਾਲਣ, ਫਿਰ ਸਤਿਗੁਰੂ ਜੀ ਦੇ ਕੋਲੋਂ ਪ੍ਰਸੰਨਤਾ ਨਾਲ ਵਾਹਿਗੁਰੂ ਜੀ ਦੀ ਸਿਫਤ ਸਲਾਹ ਦੀ ਦਾਤ ਪ੍ਰਾਪਤ ਕਰਨੀ, ਫਿਰ ਉਹ ਸਿਫਤ ਸਲਾਹ ਦੇ ਰਾਹੀਂ ਵਾਹਿਗੁਰੂ ਜੀ ਦੀ ਬਖਸ਼ਿਸ਼ ਤੇ ਸੁਖ ਮਿਲਦਾ। ਸਭ ਨਾਮਹੁ ਉਪਜੈ ਨਾਮਹੁ ਛੀਜੈ, ਗੁਰ ਕਿਰਪਾ ਤੇ ਮਨ ਤਨ ਪੀਜੈ। ਮਾਰੇ ਕਹਿੰਦੇ ਯਾਦ ਰੱਖਿਓ, ਇਹ ਕਰਤਾ, ਇੱਥੇ ਨਾਮ ਦਾ ਅਰਥ ਕਰਤਾ ਪੁਰਖ ਵਾਹਿਗੁਰੂ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਮਹਾਰਾਜ ਕਹਿੰਦੇ ਇਹ ਸਾਰਾ ਸੰਸਾਰ ਅਕਾਲ ਪੁਰਖ ਜੀ ਦੀ ਹੋਂਦ ਵਿੱਚ ਆਇਆ, ਤੇ ਅਕਾਲ ਪੁਰਖ ਜੀ ਦੀ ਹੋਂਦ ਹੁਕਮ ਦੇ ਵਿੱਚ ਹੀ, ਰਜ਼ਾ ਵਿੱਚ ਹੀ ਇਹ ਸੰਸਾਰ ਨਾਸ਼ ਵਾਲੇ ਪਾਸੇ ਤੁਰਦਾ। ਮੌਤ ਵੀ ਵਾਹਿਗੁਰੂ ਜੀ ਦੇ ਹੁਕਮ ਵਿੱਚ, ਜਨਮ ਵੀ ਵਾਹਿਗੁਰੂ ਜੀ ਦੇ ਹੁਕਮ ਵਿੱਚ, ਤੇ ਵਾਹਿਗੁਰੂ ਜੀ ਦੇ ਹੁਕਮ ਵਿੱਚ ਹੀ ਉਹ ਗੁਣ ਗਾਨ ਦੀ ਦਾਤ ਪ੍ਰਾਪਤ ਹੋਣੀ ਜਿਨ੍ਹਾਂ ਨੇ ਤੁਹਾਨੂੰ ਆਤਮਿਕ ਜੀਵਨ ਦੇਣਾ ਤੇ ਔਗਣ ਤੁਹਾਡੇ ਅੰਦਰੋਂ ਮੁਕਾਉਣੇ ਨੇ। ਤੇ ਵਾਹਿਗੁਰੂ ਜੀ ਦੇ ਹੁਕਮ ਵਿੱਚ ਹੀ ਨਾਮ ਭਗਤੀ ਦੁਆਰਾ ਤੁਹਾਡੇ ਅੰਦਰੋਂ ਔਗਣਾਂ ਦਾ ਵਿਨਾਸ਼ ਹੋ ਕੇ ਤੁਹਾਡੇ ਦੁੱਖਾਂ ਦਾ ਵਿਨਾਸ਼ ਹੋਣਾ ਹੈ। ਨਾਮ ਨਾਲ ਜੁੜੋਗੇ ਤਾਂ ਸਤਿਗੁਰੂ ਜੀ ਕਹਿੰਦੇ ਤੁਸੀਂ ਛਿਜੋਗੇ ਨਹੀਂ, ਕਦੀ ਆਤਮਿਕ ਮੌਤੇ ਨਹੀਂ ਮਰੋਗੇ। ਹਮੇਸ਼ਾ ਦਾ ਜਨਮ, ਹਮੇਸ਼ਾ ਦਾ ਜੀਵਨ ਤੁਹਾਨੂੰ ਪ੍ਰਾਪਤ ਹੋ ਜਾਏਗਾ। ਇਹੀ ਗੱਲ ਕਬੀਰ ਜੀ ਆਖਦੇ ਆ ਨਾ ਜੀ, ਬੌਰ ਹਮ ਕਾਹੇ ਆਵੇਂਗੇ, ਆਵਨ ਜਾਣਾ ਹੁਕਮ ਤਿਸੈ ਕਾ, ਹੁਕਮ ਬੁੱਝ ਸਮਾਵੇਂਗੇ। ਮੈਨੂੰ ਗੁਰੂ ਨੇ ਦੱਸਿਆ ਇਹ ਆਉਣਾ ਜਾਣਾ ਵਾਹਿਗੁਰੂ ਜੀ ਦੇ ਹੁਕਮ ਵਿੱਚ ਹੈ, ਤੇ ਮੈਂ ਵਾਹਿਗੁਰੂ ਜੀ ਦੇ ਹੁਕਮ ਵਿੱਚ ਰਾਜ਼ੀ ਰਵਾਂ। ਇਹ ਮੈਨੂੰ ਗੁਰੂ ਨੇ ਆਗਿਆ ਕੀਤੀ, ਤੇ ਹੁਣ ਮੇਰੇ ਕੋਲ ਇੱਕੋ ਹੀ ਨਤੀਜਾ ਹੈ ਜਿਹੜਾ ਮੈਨੂੰ ਪ੍ਰਾਪਤ ਹੋਣਾ ਨਿਸ਼ਚਿਤ ਹੈ ਕਿ ਮੈਂ ਵਾਹਿਗੁਰੂ ਜੀ ਦਾ ਹੁਕਮ ਮੰਨ ਕੇ ਵਾਹਿਗੁਰੂ ਜੀ ਦੇ ਵਿੱਚ ਹੀ ਸਮਾ ਜਾਣਾ ਹੈ। ਮੇਰੇ ਲਈ ਹੋਰ ਕੋਈ ਨਤੀਜਾ ਨਹੀਂ ਰਹਿ ਗਿਆ, ਇੱਕੋ ਹੀ ਨਤੀਜਾ ਜਿਹੜਾ ਮੈਨੂੰ ਮਿਲਣਾ ਹੈ। ਮੇਰਾ ਭਰੋਸਾ ਹੈ ਆਵਨ ਜਾਣਾ ਹੁਕਮ ਤਿਸੈ ਕਾ, ਹੁਕਮ ਬੁੱਝ ਸਮਾਵੇਂਗੇ। ਮਹਾਰਾਜ ਕਹਿੰਦੇ ਆਵਾ ਗੁਣ ਮੁੱਕ ਜਾਂਦਾ ਹੈ, ਗੁਰ ਕਿਰਪਾ ਤੇ ਮਨ ਤਨ ਭੀਜੈ। ਮਨ ਤੇ ਤਨ ਜੇ ਗੁਰੂ ਨੂੰ ਸੇਵਾ ਭਗਤੀ ਕਰਕੇ ਗੁਰੂ ਦੀ ਆਗਿਆ ਮੰਨ ਕੇ ਸੌਂਪ ਦਿੱਤਾ, ਤੇ ਮਨ ਨੂੰ ਵੀ ਤਨ ਨੂੰ ਵੀ ਵਾਹਿਗੁਰੂ ਜੀ ਦੇ ਨਾਮ ਦੇ ਰਸ ਵਿੱਚ ਭਿਉਂ ਦਿੰਦੇ ਨੇ ਮੇਰੇ ਸਤਿਗੁਰੂ। ਅੱਜ ਜਿਹੜੀ ਗੱਲ ਸਾਡਾ ਮਨ ਮੰਨਣ ਨੂੰ ਨਹੀਂ ਜੀ ਕਰਦਾ, ਉਹ ਮਨ ਨੂੰ ਮਨਾਉਣ ਵਾਸਤੇ ਸਤਿਗੁਰੂ ਆਪਣੇ ਪ੍ਰਸਾਦ ਨਾਲ ਕਲਾ ਵਰਤਾ ਦਿੰਦੇ ਨੇ। ਬਹੁਤ ਵਾਰੀ ਮੈਂ ਆਪ ਜੀ ਨਾਲ ਸੈਦ ਖਾਨ ਦੀ ਉਸ ਗਾਥਾ ਨੂੰ ਸਾਂਝਿਆ ਕੀਤਾ। ਮਨ ਤੇ ਭਰਿਆ ਪਿਆ ਸੀ ਸੈਦ ਖਾਨ ਦਾ ਹੰਕਾਰ ਨਾਲ, ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕੈਦ ਕਰ ਲੈਣਾ, ਜਾ ਕੇ ਮੈਂ ਮਾਰ ਕੇ ਆਉਣਾ। ਔਰੰਗਜ਼ੇਬ ਨਾਲ ਫੈਸਲਾ ਕੀਤਾ ਕਿ ਜਿਉਂਦਾ ਵਾਪਸ ਨਹੀਂ ਆਵਾਂਗਾ, ਜਾਂ ਤੇ ਪਕੜ ਕੇ ਲਿਆਵਾਂਗਾ, ਕੈਦ ਕਰਕੇ ਲਿਆਵਾਂਗਾ, ਜਾਂ ਮਾਰ ਕੇ ਆਵਾਂਗਾ। ਪਰ ਕੌਤਕ ਤੇ ਇਹ ਵਾਪਰਿਆ ਨਾ ਕਿ ਜਦੋਂ ਸਾਹਮਣੇ ਆਏ ਆਪ ਹੀ ਗੁਰੂ ਦੇ ਪਿਆਰ ਦੇ ਕੈਦੀ ਹੋ ਗਏ। ਆਪ ਹੀ ਗੁਰੂ ਦੇ ਸਾਹਮਣੇ ਆਪਣੀ ਹਉਮੈ ਨੂੰ ਮਾਰਨਾ ਸਿੱਖ ਲਿਆ, ਆਪਣੇ ਮਨ ਨੂੰ ਮਾਰਨਾ ਸਿੱਖ ਲਿਆ, ਤੇ ਭਿੱਜ ਗਏ ਗੁਰੂ ਦੇ ਪਿਆਰ ਵਿੱਚ। ਹਥਿਆਰ ਧਰੇ ਤੇ ਰਾਏ ਰਹਿ ਗਏ, ਫੌਜਾਂ ਪਿੱਛੇ ਰਹਿ ਗਈਆਂ, ਸਿਪਾਹ ਸਲਾਰੀਆਂ ਪਿੱਛੇ ਰਹਿ ਗਈਆਂ,
ਗੁਰੂ ਦੀ ਸੇਵਾ ਭਗਤੀ ਦੇ ਵਿੱਚ ਉਹ ਖੁਦਾ ਖੁਦਾ ਕਰਨ ਦੀ ਐਸੀ ਬਿਰਤੀ ਜੁੜੀ ਕਿ ਵਾਹਿਗੁਰੂ ਜੀ ਦੀ ਬਖਸ਼ਿਸ਼ ਦੇ ਪਾਤਰ ਬਣ ਕੇ ਨਾਂਦੇੜ ਤੱਕ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜੋਤੀ ਜੋਤ ਸਮਾਉਣ ਤੱਕ ਸੈਦ ਖਾਂ ਨਾਲ ਨੇ। ਸੈਦ ਖਾਂ ਗੁਰੂ ਦੀ ਕਿਰਪਾ ਦੇ ਪਾਤਰ ਨੇ, ਕਿਉਂਕਿ ਗੁਰੂ ਦੀ ਬਖਸ਼ਿਸ਼ ਨਾਲ ਖੁਦਾ ਦੇ ਪਿਆਰ ਦੇ ਸਿਮਰਨ ਦੇ ਰੰਗ ਵਿੱਚ ਮਨ ਤਨ ਭਿੱਜ ਗਿਆ। ਰਸਨਾ ਨਾਮ ਧਿਆਏ ਰਸ ਪੀਜੈ, ਰਸ ਹੀ ਤੇ ਰਸ ਪਾਏਂਦਾ। ਜਦੋਂ ਇੱਕ ਵਾਰੀ ਗੁਰੂ ਦੇ ਪ੍ਰਸਾਦ ਰਾਹੀਂ ਨਾਮ ਸਿਮਰਨ ਦਾ ਰਸ ਆਉਣ ਲੱਗ ਗਿਆ ਨਾ, ਮਹਾਰਾਜ ਕਹਿੰਦੇ ਫਿਰ ਇਹ ਰਸ ਛੱਡਿਆ ਨਹੀਂ ਜਾਂਦਾ। ਬਾਰ-ਬਾਰ ਨਾਮ ਜਪਣਾ, ਬਾਰ-ਬਾਰ ਰਸ ਆਉਣਾ, ਫਿਰ ਰਸ ਆਉਣਾ, ਹੋਰ ਨਾਮ ਜਪਣ ਨੂੰ ਜੀ ਕਰਨਾ, ਫਿਰ ਹੋਰ ਰਸ ਆਉਣਾ। ਬਸ ਸਾਰੀ ਜ਼ਿੰਦਗੀ ਗੁਰੂਦੇਵ ਕਹਿੰਦੇ ਰਸ ਨਾਲ ਭਰ ਜਾਂਦੀ, ਬੇਰਸੀ ਮੁੱਕ ਜਾਂਦੀ। ਮਹਿਲੇ ਅੰਦਰ ਮਹਿਲ ਕੋ ਪਾਏ, ਗੁਰ ਕੈ ਸ਼ਬਦ ਸੱਚ ਚਿਤ ਲਾਏ। ਬੜਾ ਰਮਜ਼ ਭਰਿਆ ਬਚਨ ਸਤਿਗੁਰੂ ਦਾ। ਸਾਹਿਬ ਕਹਿੰਦੇ ਇਹ ਜਿਹੜਾ ਤੁਹਾਡਾ ਮਹਿਲ ਹੈ, ਤੁਹਾਡਾ ਸਰੀਰ ਹੈ, ਨਹੀਂ ਤੁਹਾਨੂੰ ਪਤਾ ਕਿ ਇਹ ਵਾਹਿਗੁਰੂ ਜੀ ਦਾ ਹਰ ਮੰਦਰ ਹੈ, ਇੱਥੇ ਵਾਹਿਗੁਰੂ ਜੀ ਨਿਵਾਸ ਕਰਦੇ। ਕਿਸੇ ਕਿਸੇ ਵਿਰਲੇ ਨੂੰ ਗੁਰੂ ਦੇ ਸ਼ਬਦ ਨਾਲ ਜੁੜ ਕੇ ਇਹ ਸੋਝੀ ਆਉਂਦੀ ਹੈ ਤੇ ਗੁਰੂ ਦੇ ਸ਼ਬਦ ਰਾਹੀਂ ਉਹ ਅੰਦਰ ਬੈਠੇ ਵਾਹਿਗੁਰੂ ਜੀ ਨਾਲ ਚਿੱਤ ਜੋੜ ਲੈਂਦੇ ਨੇ, ਮਨ ਜੋੜ ਲੈਂਦੇ ਨੇ, ਧਿਆਨ ਜੋੜ ਲੈਂਦੇ ਨੇ। ਤੇ ਜਿਨ੍ਹਾਂ ਨੂੰ ਸਤਿਗੁਰੂ ਜੀ ਕਹਿੰਦੇ ਗੁਰੂ ਦੇ ਸ਼ਬਦ ਰਾਹੀਂ ਏਦਾਂ ਆਪਣੇ ਅੰਦਰੋਂ ਹੀ ਝਿਮ ਝਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ। ਜਿਸ ਨੂੰ ਸੱਚ ਦੇ ਸੋਈ ਸੱਚ ਪਾਏ। ਜਿਹਨੂੰ ਗੁਰੂ ਦੇਵ ਕਿਰਪਾ ਕਰਕੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਜੋੜ ਕੇ ਨਾਮ ਦੇ ਰਸ ਦਾ ਭਾਗੀ ਬਣਾ ਦਿੰਦੇ ਨੇ, ਉਹ ਵਾਹਿਗੁਰੂ ਜੀ ਦੀ ਬਖਸ਼ਿਸ਼ ਨਾਲ ਸੱਚ ਨਾਲ ਜੁੜਨ ਦਾ ਦਾਤ ਪ੍ਰਾਪਤ ਕਰ ਲੈਂਦਾ ਹੈ। ਜਿਹਨੂੰ ਵਾਹਿਗੁਰੂ ਜੀ ਇਹ ਨਾਮ ਨਾਲ ਜੁੜਨ ਦੀ, ਆਪਣੇ ਨਾਲ ਲਿਵਲੀਨ ਹੋਣ ਦੀ ਦਾਤ ਦਿੰਦੇ ਨੇ, ਸੱਚੇ ਸੱਚ ਮਿਲਾਏਂਦਾ, ਉਹਦੇ ਤੇ ਫਿਰ ਕਿਰਪਾ ਦਾ ਮੀਂਹ ਏਦਾਂ ਵਰਦਾ ਹੈ ਕਿ ਉਹਨੂੰ ਦੁਨੀਆ ਨਾਲੋਂ ਟੁੱਟ ਕੇ ਵਾਹਿਗੁਰੂ ਜੀ ਨਾਲ ਜੁੜ ਕੇ ਆਪਣੇ ਜੀਵਨ ਨੂੰ ਆਨੰਦਮਈ ਬਣਾ ਕੇ ਤੇ ਆਨੰਦ ਦੇ ਵਿੱਚੋਂ ਹੀ ਇੱਥੋਂ ਜਾਣ ਦੀ ਸੁਭਾਗੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਨਾਨਕ ਈਹਾਂ ਸੁਖ ਆਗੈ ਮੁਖ ਉਜਲ, ਸੰਗ ਸੰਤਨ ਕੈ ਪਾਈਐ। ਇੱਥੇ ਰਹਿੰਦੇ ਆ ਗੁਰੂ ਦੇ ਪਿਆਰਿਆਂ ਨਾਲ, ਗੁਰੂ ਨਾਲ ਜੁੜ ਕੇ, ਗੁਰੂ ਦੀ ਸੰਗਤ ਵਿੱਚੋਂ ਗੁਰੂ ਦੇ ਸ਼ਬਦ ਦੀ ਸੋਝੀ ਪ੍ਰਾਪਤ ਕਰਕੇ, ਗੁਰੂ ਦੇ ਸ਼ਬਦ ਨਾਲ ਸੁਰਤੀ ਜੋੜ ਕੇ, ਇਸ ਸ਼ਬਦ ਤੇ ਸੁਰਤ ਦੇ ਰਿਸ਼ਤੇ ਵਿੱਚੋਂ, ਸਾਂਝ ਵਿੱਚੋਂ ਪਰਮ ਪਿਤਾ ਪਰਮਾਤਮਾ ਦੀ ਵਾਹਿਗੁਰੂ ਜੀ ਤੁਹਾਡਾ ਸ਼ੁਕਰ, ਤੁਹਾਡਾ ਸ਼ੁਕਰ, ਤੁਹਾਡਾ ਸ਼ੁਕਰ, ਇੱਕੋ ਹੀ ਅਰਦਾਸਾਂ ਅੰਦਰੋਂ ਨਿਕਲਦੀਆਂ। ਇੱਕ ਨਾਨਕ ਕੀ ਅਰਦਾਸ, ਜੇ ਤੁਧ ਭਾਵਸੀ ਮੈਂ ਦੀਜੈ ਨਾਮ ਨਿਵਾਸ, ਹਰ ਗੁਣ ਗਾਵਸੀ। ਪਾਤਸ਼ਾਹ ਮੇਰੀ ਤੇ ਅਰਦਾਸ ਹੀ ਹੈ, ਜੇ ਤੁਹਾਨੂੰ ਪ੍ਰਵਾਨ ਹੋ ਜਾਏ, ਜੇ ਤੁਹਾਨੂੰ ਚੰਗੀ ਲੱਗ ਜਾਏ, ਤੇ ਮੇਰੀ ਅਰਦਾਸ ਇਹ ਹੈ, ਮੈਂ ਦੀਜੈ ਨਾਮ ਨਿਵਾਸ, ਹਰ ਗੁਣ ਗਾਵਸੀ। ਆਪਣਾ ਗੁਣਗਾਨ ਦੇ ਦਿਓ ਪਾਤਸ਼ਾਹ, ਆਪਣੀ ਸ਼ੁਕਰਾਨੇ ਦੀ ਸਿਫਤ ਭਰੀ ਬਿਰਤੀ ਦੇ ਦਿਓ, ਤਾਂ ਕਿ ਮੈਂ ਆਪਣਾ ਭਲਾ ਕਰ ਸਕਾਂ ਤੇ ਤੁਹਾਡੀ ਬਖਸ਼ਿਸ਼ ਨਾਲ ਮੇਰੇ ਸਵਾਸਾਂ ਦਾ ਭਲਾ ਵੀ ਹੋਵੇ, ਮੇਰੇ ਪਰਿਵਾਰ ਦਾ ਵੀ ਭਲਾ ਹੋਵੇ, ਇਹ ਸੰਸਾਰ ਦਾ ਵੀ ਭਲਾ ਹੋਵੇ। ਇਹ ਸਰਬੱਤ ਦਾ ਭਲਾ ਮੰਗਣ ਦੀ ਗੁਰਮੁਖਤਾਈ ਦੀ ਦਾਤ ਸਾਨੂੰ ਗੁਰੂ ਦਰ ਤੇ ਆਉਣ ਵਾਲਿਆਂ ਨੂੰ ਮਹਾਰਾਜ ਨੇ ਦਿੱਤੀ ਹੈ। ਸਤਿਗੁਰੂ ਰਹਿਮਤ ਕਰਕੇ ਇਹ ਦਿੱਤੀ ਹੋਈ ਸਮਤ ਬਾਣੀ ਰਾਹੀਂ ਸਾਡੇ ਮਨ ਦਾ, ਸਾਡੀ ਮਤ ਦਾ ਅਨਿਖੜਵਾਂ ਅੰਗ ਬਣ ਜਾਏ ਤੇ ਇਸ ਮਤ ਅਨੁਸਾਰ ਜੀਵਨ ਜਿਉਂਦਿਆਂ ਅਸੀਂ ਆਪਣੇ ਜੀਵਨ ਨੂੰ ਗੁਰੂ ਪ੍ਰਸਾਦ ਰਾਹੀਂ, ਵਾਹਿਗੁਰੂ ਦੀ ਕਿਰਪਾ ਰਾਹੀਂ ਆਨੰਦਮਈ ਬਣਾ ਸਕੀਏ। ਇਹੋ ਹੀ ਅਰਦਾਸ ਨਾਲ ਆਪ ਸਾਰਿਆਂ ਦਾ ਬਹੁਤ ਧੰਨਵਾਦ। ਗੁਰਮੁਖ ਪਿਆਰਿਆਂ ਦਾ, ਗੁਰੂ ਸਵਾਰੇ ਭਾਈ ਰਣਜੀਤ ਸਿੰਘ ਜੀ ਇੱਥੋਂ ਦੇ ਪ੍ਰਬੰਧਕ, ਆਪ ਸਾਰੇ ਗੁਰਮੁਖ ਪਿਆਰੇ ਜਿਨ੍ਹਾਂ ਦੀ ਇਹ ਗੁਰਸੰਗਤ ਕਰਨ ਦਾ ਸੁਭਾਗ ਸਤਿਗੁਰੂ ਦਾਸ ਨੂੰ ਕਦੀ ਕਦਾਈ ਬਖਸ਼ ਦਿੰਦੇ ਨੇ। ਇਸ ਸੰਗਤ ਦੇ ਵਿੱਚ ਇਦਾਂ ਹੀ ਨਾਮ ਦਾ ਸਤਸੰਗੀ ਪ੍ਰਵਾਹ ਬਣਿਆ ਰਹੇ ਤੇ ਇਸ ਸਤਸੰਗ ਦੇ ਰਾਹੀਂ ਆਪਾਂ ਸਾਰੇ ਗੁਰੂ ਦੀ ਮੱਤ ਰਾਹੀਂ ਆਪਣੇ ਜੀਵਨ ਨੂੰ ਵਾਹਿਗੁਰੂ ਦੀ ਕਿਰਪਾ ਦਾ ਪਾਤਰ ਬਣਾ ਕੇ ਰਸਮਈ ਬਣਾ ਸਕੀਏ। ਰਹਿਮਤ ਕਰਨੇ ਸਤਸੰਗ ਦੇ ਪ੍ਰਵਾਹ ਇਵੇਂ ਹੀ ਚੱਲਦੇ ਰਹਿਣ ਤੇ ਜਗਿਆਸੂ ਰੂਹਾਂ ਨਾਮ ਬਾਣੀ ਦੇ ਲਾਹੇ ਪ੍ਰਾਪਤ ਕਰਕੇ ਸਰਸ਼ਾਰ ਹੁੰਦੀਆਂ ਰਹਿਣ। ਮੇਰੀਆਂ ਭੁੱਲਾਂ ਚੁੱਕਾਂ ਆਪ ਜੀ ਨੇ ਖਿਮਾ ਕਰ ਦੇਣੀਆਂ। ਅਸੀਸ ਬਖਸ਼ਿਸ਼ ਕਰਕੇ ਵਿਦਾ ਕਰੋ। ਮਹਾਰਾਜ ਰਹਿੰਦੇ ਸਵਾਸ ਆਪ ਸੰਗਤਾਂ ਦੀ ਚਰਨ ਧੂੜ ਤੇ ਨਾਮ ਬਾਣੀ ਨਾਲ ਜੋੜ ਕੇ ਸਫਲੇ ਕਰ ਸਕਣ। ਬਹੁਤ ਧੰਨਵਾਦ ਤੁਹਾਡੇ ਮਾਣ ਪਿਆਰ ਲਈ। ਭੁੱਲਾਂ ਚੁੱਕਾਂ ਖਿਮਾ ਕਰਦਿਆਂ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।